ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਨਾਨਕਸਰ ਦੀ ਪਵਿੱਤਰ ਧਰਤੀ ਤੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਇਹ 150 ਸਾਲਾ ਸ਼ਤਾਬਦੀ ਕਾਰਤਕ ਮਾਸ ਰੁੱਤ ਸਰਦ ਪੂਰਨਮਾਸੀ, ਇਹ ਕੱਤਕ ਦਾ ਮਹੀਨਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਚੁਣਿਆ ਹੈ, ਇਹ ਬਹੁਤ ਹੀ ਪਵਿੱਤਰ ਹੈ, ਜਿਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਆਏ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਆਏ। ਇਹ ਬਹੁਤ ਹੀ ਪਵਿੱਤਰ ਮਹੀਨਾ ਹੈ ਤੇ ਜਿਸ ਥਾਂ ਤੇ ਬਾਬਾ ਜੀ ਨੇ ਬਹੁਤ ਤਪੱਸਿਆ ਕੀਤੀ ਹੈ, ਇਹ ਰਹਿੰਦੀ ਦੁਨੀਆ ਤੱਕ ਹਰ ਇੱਕ ਦਾ ਸਿਰ ਝੁਕਦਾ ਰਹਿਣਾ ਇਸ ਥਾਂ ਨੂੰ। ਨਾਨਕਸਰ ਦੀ ਪਵਿੱਤਰ ਧਰਤੀ ਨੂੰ ਰਹਿੰਦੀ ਦੁਨੀਆ ਤੱਕ ਹਰ ਇੱਕ ਦਾ ਸਿਰ ਝੁਕਦਾ ਰਹੇਗਾ। ਇਸ ਧਰਤੀ ਤੇ ਕੀ ਕੁਝ ਮਿਲ ਰਿਹਾ ਹੈ, ਕੀ ਕੁਝ ਮਿਲਿਆ ਹੈ, ਜੇ ਬਾਹਰ ਬੈਠ ਜਾਈਏ ਨਾ ਨਾਨਕਸਰ ਦੇ, ਤੇ ਜਿਹੜਾ ਵੀ ਅੰਦਰ ਦਰਸ਼ਨ ਕਰਨ ਆਉਂਦਾ ਉਹਨੂੰ ਕਹੀਏ ਵੀ ਆਪਣੀ ਬੀਤੀ ਲਿਖਾ, ਤੇਰੇ ਨਾਲ ਜੋ ਬੀਤੀ ਹੈ ਨਾਨਕਸਰ ਵਿੱਚ, ਤੇ ਸ਼ਾਇਦ ਰੋਜ਼ ਦੀ ਇੱਕ ਕਿਤਾਬ ਬਣ ਜੇਗੀ। ਜਿਵੇਂ ਜਿਵੇਂ ਲੋਕਾਂ ਦੀਆਂ ਇੱਥੋਂ ਆਸਾਂ ਮੁਰਾਦਾਂ ਬਾਬਾ ਜੀ ਪੂਰੀਆਂ ਕਰਦੇ ਆ, ਕਈ ਸਿੱਧੇ ਹੀ ਮੱਥਾ ਟੇਕ ਕੇ ਜਾਂਦੇ ਆ, ਕਈ ਮਹਾਂਪੁਰਸ਼ਾਂ ਦੇ ਨਾਲ ਜੁੜੇ ਹੋਏ ਸੰਗਤ ਦੇ ਵਿੱਚ ਸਾਰੇ ਹੀ ਝੋਲੀਆਂ ਭਰਦੇ ਨੇ। ਐਵੇਂ ਨਹੀਂ ਦੁਨੀਆ ਪੂਜਦੀ। ਇਸ ਸਥਾਨ ਨੂੰ, ਗੁਰੂ ਨਾਨਕ ਸਾਹਿਬ ਦੇ ਸਥਾਨ ਨਾਨਕਸਰ ਨੂੰ ਐਵੇਂ ਨਹੀਂ ਦੁਨੀਆ ਪੂਜਦੀ। ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਮੈਂ ਲੁਧਿਆਣੇ ਰਹਿੰਦਾ ਸੀ ਗੁਰਦੁਆਰੇ, ਤੇ ਮੈਨੂੰ ਕਹਿਣ ਲੱਗੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾ ਇੱਕ ਹੋਟਲ ਉੱਥੇ ਗੁਲਮੋਹਰ ਹੋਟਲ ਦੇ ਵਿੱਚ ਇੱਕ ਕਮਰਾ ਹੈ ਜਿਹਦੇ 'ਚ ਬਾਬਾ ਜੀ ਰਹਿੰਦੇ ਸੀ, ਪਿੱਛੇ ਆ ਉਹਨਾਂ ਦਾ ਕਮਰਾ। ਕਹਿੰਦੇ ਉਹਦੇ 'ਚ ਬਾਬਾ ਜੀ ਕੁਝ ਸਮਾਂ ਰਹੇ ਸੀ, ਕੋਈ ਦਿਨ, ਜਿੰਨੇ ਦਿਨ ਉੱਥੇ ਦੀਵਾਨ ਦਿੱਤਾ ਸੀ, ਮਹੀਨਾ, 20 ਦਿਨ, 40 ਦਿਨ। ਕਹਿੰਦੇ ਉੱਥੇ ਜਾ ਕੇ ਬਹਿ ਕੇ ਪਾਠ ਕਰਕੇ ਆਇਆ ਕਰ। ਕਹਿੰਦੇ ਉਸ ਕਮਰੇ ਵਿੱਚ ਜਾ ਕੇ ਬਹਿ ਕੇ ਪਾਠ ਕਰਕੇ ਆਇਆ ਕਰ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਕਿਹਾ, ਭਾਵ ਕਿ ਜਿੱਥੇ ਮਹਾਂਪੁਰਸ਼ 15-20 ਦਿਨ ਰਹੇ, ਉਸ ਕਮਰੇ ਦੇ ਵਿੱਚ ਬਹਿ ਕੇ ਪਾਠ ਕਰਨ ਦਾ ਫਲ ਜ਼ਿਆਦਾ ਹੈ। ਮਹਾਂਪੁਰਸ਼ ਕਹਿ ਰਹੇ ਨੇ ਉੱਥੇ ਮਨ ਜੁੜੇਗਾ, ਉਸ ਧਰਤੀ ਦੀ ਤਾਕਤ ਹੈ। ਇੱਥੇ ਤਾਂ ਪਤਾ ਨਹੀਂ, ਬਾਬਾ ਨੰਦ ਸਿੰਘ ਜੀ ਦਾ ਤਾਂ ਆਪ ਜੀ ਨੂੰ ਪਤਾ ਹੈ, ਬਾਬਾ ਈਸ਼ਰ ਸਿੰਘ ਜੀ ਦਾ ਵੀ ਪਤਾ ਹੈ, ਬਾਬਾ ਕੁੰਦਨ ਸਿੰਘ ਜੀ ਦੇ ਹੋਰ ਮਹਾਂਪੁਰਸ਼ਾਂ ਦਾ ਪਤਾ ਹੈ, ਜਿਹੜੇ ਉਸ ਤੋਂ ਬਾਅਦ ਨਾਲ ਵੀ ਹੋਏ ਬਾਬਾ ਜੀ ਦੇ, ਬਾਬਾ ਸਾਧੂ ਸਿੰਘ, ਬਾਬਾ ਨਰੈਣ ਸਿੰਘ, ਤੇ ਜਿਹੜੇ ਗੁਪਤ ਮਹਾਂਪੁਰਖ ਸੀ ਇੱਥੇ, ਉਹਨਾਂ ਦਾ ਕਿਸੇ ਨੂੰ ਨਹੀਂ ਪਤਾ, ਥੋੜਿਆਂ ਨੂੰ ਪਤਾ ਹੈ। ਉਹਨਾਂ ਦੀ ਭਗਤੀ ਬੜੀ ਉੱਚੀ ਹੈ। ਜਿਹੜੇ ਬਾਬਾ ਜੀ ਨਾਲ ਜੀਵਨ ਜੋੜ ਕੇ ਇੱਥੇ ਜੀਵਨ ਬਤੀਤ ਕਰਕੇ
ਉਹਨਾਂ ਨੇ ਆਪਦੀ ਗੱਦੀ ਵੀ ਨਹੀਂ ਲਾਈ, ਪੂਜਾ ਵੀ ਨਹੀਂ ਕਰਾਈ, ਉਹਨਾਂ ਵੰਡਿਆ ਹੀ ਨਹੀਂ। ਉਹਨਾਂ ਨੇ ਆਪਦਾ ਖਜ਼ਾਨਾ ਉਵੇਂ ਹੀ ਰੱਖਿਆ ਹੈ। ਬਾਬਾ ਜੀ ਕਹਿੰਦੇ ਸੀ ਅੱਧੀ ਕਮਾਈ ਲੈ ਜਾਂਦੇ ਆ ਜਿਹੜੇ ਲੰਗਰ ਛਕਾਉਂਦੇ ਆ, ਮੱਥੇ ਟੇਕਦੇ ਆ, ਰੋਜ਼ ਦੀ ਅੱਧੀ ਕਮਾਈ ਉਹ ਲੈ ਜਾਂਦੇ ਆ, ਅੱਧੀ। ਤੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਖਾਧਾ ਵੀ ਸੰਜਮ ਦਾ, ਇੱਥੇ ਪੂਜਾ ਵੀ ਨਹੀਂ ਕਰਾਈ, ਕੁਝ ਦਿਖਾਇਆ ਵੀ ਨਹੀਂ, ਇਸ ਘਰ ਦੇ ਭੋਰੇ ਬਣੇ ਰਹੇ ਤੇ ਪੂਰੀ ਜ਼ਿੰਦਗੀ ਲਾ ਗਏ। ਉਹਨਾਂ ਦੀ ਕਿੰਨੀ ਕੁ ਕਮਾਈ। ਬਾਬਾ ਨੰਦ ਸਿੰਘ ਜੀ ਮਹਾਰਾਜ ਇੱਥੇ ਸਾਦਾ ਠਾਠ ਹੈ, ਸਭ ਸਾਦਗੀ। ਰੋਟੀ ਪ੍ਰਸ਼ਾਦਾ ਵੀ ਬੜਾ ਥੋੜਾ ਮਿਲਦਾ ਹੈ, ਡਿਊਟੀਆਂ ਵੀ ਬਹੁਤ ਨੇ ਕਿ ਬਾਬਾ ਜੀ ਤਾਂ ਸੌਣ ਹੀ ਨਹੀਂ ਦਿੰਦੇ, ਬਾਬਾ ਜੀ ਤਾਂ ਖਾਣ ਨੂੰ ਨਹੀਂ ਕੋਈ ਦਿੰਦੇ। ਇਹ ਵੀ ਗੱਲਾਂ ਹੁੰਦੀਆਂ ਸੀ ਤੇ ਭਗਤੀ ਬੜੀ ਕਰਾਉਂਦੇ ਸੀ। ਹੁਣ ਕਹਿੰਦੇ ਸੁੱਤੇ ਆ, ਹੁਣ ਫਿਰ ਆ ਗਏ ਠਾਉਣ ਵਾਲੇ, ਫਿਰ ਰੌਲਾ ਵੀ ਸਾਰਾ ਦਿਨ। ਤੇ ਜਿਹੜੇ ਮਹਾਂਪੁਰਖ ਨੇ ਇੰਨੀ ਭਗਤੀ ਸੰਗੀਆਂ ਤੋਂ ਕਰਾਈ, ਇੱਥੇ ਇੰਨੀ ਸੇਵਕਾਂ ਦੀ ਕਰਾਈ, ਇਹ ਧਰਤੀ ਕੀ ਕਿੰਨਾ ਕੁ ਫਲ ਦਿੰਦੀ ਹੋਏਗੀ। 20 ਦਿਨ ਬਾਬਾ ਈਸ਼ਰ ਸਿੰਘ ਜੀ ਇੱਕ ਕਮਰੇ 'ਚ ਰਹੇ ਤੇ ਬਾਬਾ ਜੀ ਮੈਨੂੰ ਕਹਿੰਦੇ ਉੱਥੇ ਬਹਿ ਕੇ ਪਾਠ ਕਰਕੇ ਆਇਆ ਕਰ, ਤੈਨੂੰ ਪਤਾ ਲੱਗੇਗਾ ਵੀ ਉੱਥੇ ਮਨ ਜੁੜੇਗਾ। ਤੇ ਇੱਥੇ ਫਿਰ ਭਾਈ ਇੰਨੀ ਇਹ ਬੰਦਗੀ ਵਾਲੀ ਧਰਤੀ ਹੈ ਨਾ, ਇੱਥੇ ਰਹਿਣਾ ਹੀ ਬਹੁਤ ਵੱਡੇ ਭਾਗ ਹੈ। ਰਹਿਣਾ ਹੀ, ਰਹਿ ਕੇ ਕਮਾਈਆਂ ਕਰ ਲੈਣੀਆਂ ਤੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਹੁਣ ਦੱਸੋ, ਬਾਬਾ ਜੀ ਦੇ ਘਰ ਦੇ ਇੱਥੋਂ ਦਾ ਕੁੱਤਾ ਸੀ, ਕੁੱਤੇ ਦੇ ਡਿਪਟੀ ਨਰਿੰਦਰ ਸਿੰਘ ਨੇ ਪੈਰੀ ਹੱਥ ਲਾਤਾ ਕੁੱਤੇ ਦੇ। ਸੰਤਾਂ ਨੇ ਕਿਹਾ ਬਾਬਾ ਸੁਜਾਨ ਸਿੰਘ ਜੀ ਡਿਪਟੀ ਜੀ ਕਿੰਨੇ ਬਾਬਾ ਜੀ ਦੇ ਨਜ਼ਦੀਕੀ ਸਿੱਖ ਹੋ, ਕਿੰਨੀ ਤੁਹਾਡੀ ਸ਼ਾਨ ਹੈ, ਕੁੱਤਿਆਂ ਦੇ ਪੈਰੀ ਹੱਥ ਤੁਸੀਂ ਚੰਗੇ ਲੱਗਦੇ ਲਾਉਂਦੇ। ਕਹਿੰਦੇ ਡਿਪਟੀ ਸਾਹਿਬ ਕਹਿੰਦੇ ਸੁਜਾਨ ਸਿਆਂ ਤੈਨੂੰ ਕੀ ਪਤਾ ਇੱਥੋਂ ਦੇ ਕੂਕਰ 'ਚ ਕਿੰਨੀ ਸ਼ਕਤੀ। ਦੱਸੋ, ਕੁੱਤਾ ਲੰਗਰ ਵਰਤਾਉਂਦਾ ਹੈ, ਕੁੱਤਾ ਪਾਣੀ ਛਿੜਕਦਾ ਇੱਥੋਂ ਦਾ, ਕੁੱਤਾ ਕੀ ਕਰਦਾ ਹੈ? ਕੁੱਤਾ ਇੱਥੋਂ ਦੇ ਡਿੱਗੇ ਹੋਏ ਭੋਰੇ ਚੁੱਕ ਚੁੱਕ ਕੇ ਖਾਂਦਾ ਏ। ਤੇ ਨੰਦ ਲਾਲ ਕਹਿੰਦਾ ਬਾਬਾ ਗੁਰੂ ਕਲਗੀਤ ਵਾਲਿਆ ਮੈਂ ਤੇਰੇ ਦਰ ਦਾ ਕੂਕਰ ਹੀ ਬਣ ਜਾਵਾਂ, ਇਹ ਜਿਹੜੇ ਟੋਕੀ ਮੈਂ ਚੁੱਕ ਚੁੱਕ ਕੇ ਖਾਈ ਜਾਵਾਂ, ਇੰਨਾ ਹੀ ਮੈਨੂੰ ਬੜਾ ਮਾਣ ਹੈ। ਕੂਕਰ ਤੇਰੇ ਦਾ ਮੈਂ ਚਾਕਰ, ਸਭਨਾਂ ਨਾਲੋਂ ਮੰਦਾ। ਮੇਰਾ ਕਹਿਣ ਤੋਂ ਭਾਵ ਕਿ ਇੱਥੇ ਰਹਿਣਾ ਹੀ ਬਹੁਤ ਵਡਭਾਗੀ। ਇਸ ਥਾਂ ਦੇ ਉੱਤੇ, ਜਿਸ ਥਾਂ ਤੇ ਆਪਾਂ ਨੂੰ ਅੱਜ ਬਾਬਾ ਨੰਦ ਸਿੰਘ ਜੀ ਦੀ 150 ਸਾਲਾ ਜਨਮ ਸ਼ਤਾਬਦੀ ਦੇ ਉੱਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਅੱਜ ਨਾ ਜਥਾ ਬੈਠਾ ਨਾਲ ਬਾਬਾ ਤਜਿੰਦਰ ਸਿੰਘ ਜੀ, ਜਿੰਦੂ ਜੀ, ਭਾਈ ਮਨਵੀਰ ਸਿੰਘ, ਇਹ ਸਾਰਿਆਂ ਨੇ ਬਾਬਾ ਜੀ ਦੀ ਸ਼ਤਾਬਦੀ ਸ਼ੁਰੂ ਕੀਤੀ ਸੀ। ਧੰਨ ਬਾਬਾ ਈਸ਼ਰ ਸਿੰਘ ਜੀ ਦੀ ਤੇ ਬਾਬਾ ਮਾਹਰ ਨਾਮ ਸਿੰਘ ਜੀ ਦੀ 2 ਸ਼ਤਾਬਦੀਆਂ ਆ ਗਈਆਂ ਸੀ ਉਸ ਸਮੇਂ, 200 ਸਾਲ ਤੇ 100 ਸਾਲ। ਤੇ ਹੁਣ ਭਾਈ ਹੁਣ ਵੀ 2 ਸ਼ਤਾਬਦੀਆਂ ਨੇ, 550 ਸਾਲ ਤੇ 150 ਸਾਲ।
ਹੁਣ ਵੀ 2 ਸ਼ਤਾਬਦੀਆਂ ਨੇ, 550 ਸਾਲ ਤੇ 150 ਸਾਲ, ਤੇ ਦੇਖੋ ਹੈਣ ਕਿੰਨਾ ਦੀਆਂ, ਹੈਣ ਕਿੰਨਾ ਦੀਆਂ। ਧੰਨ ਗੁਰੂ ਨਾਨਕ ਦੇਵ ਜੀ, ਗੁਰੂਆਂ ਦੇ ਵਿੱਚ ਗੁਰੂ ਨਾਨਕ ਜਿਹਾ ਕੋਈ ਨਹੀਂ, ਤੇ ਮਹਾਂਪੁਰਸ਼ਾਂ ਸੰਤਾਂ ਵਿੱਚ ਬਾਬਾ ਆਨੰਦ ਸਿੰਘ ਜਿਹਾ ਕੋਈ, ਉਹਨਾਂ ਦੀਆਂ। ਗੁਰੂਆਂ ਦੇ ਵਿੱਚ ਜਗਤ ਗੁਰੂ ਨਾਨਕ ਜਿਹਾ ਕੋਈ ਨਹੀਂ, ਨਾ ਹੋ ਸਕਦਾ ਹੈ। ਤੇ ਮਹਾਂਪੁਰਸ਼ਾਂ ਦੇ ਵਿੱਚ ਬਾਬੇ ਆਨੰਦ ਸਿੰਘ ਜਿਹਾ ਨਾ ਹੋਇਆ ਤੇ ਨਾ ਕੋਈ ਹੋ ਸਕਦਾ ਹੈ। ਇਹ ਗੱਲ ਝੂਠ ਹੈ, ਇਹ ਗੱਲ ਸੱਚੀ ਹੈ ਕਿ ਬਾਬਾ ਜੀ ਵਰਗਾ ਮਹਾਂਪੁਰਸ਼, ਮਹਾਂਪੁਰਖਾਂ ਵਿੱਚ ਮਹਾਂਪੁਰਖ ਹੈਣ ਤੇ ਬਾਬਾ ਆਨੰਦ ਸਿੰਘ ਹੈ। ਗੁਰੂਆਂ ਵਿੱਚ ਗੁਰੂ ਹੈਣ ਤੇ ਗੁਰੂ ਨਾਨਕ ਦੇਵ ਜੀ। ਸਾਰੇ ਜੱਗ ਦੇ ਧਾਰਮਿਕ ਗ੍ਰੰਥ ਬੜੇ ਸਤਿਕਾਰਯੋਗ ਨੇ, ਤੇ ਸਾਰਿਆਂ ਦੇ ਵਿੱਚ ਜੇ ਕੋਈ ਗ੍ਰੰਥ ਹੈ ਤੇ ਗੁਰੂ ਗ੍ਰੰਥ ਸਾਹਿਬ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਜੋ ਸਤਿਕਾਰ ਪੂਜਾ ਨਾਨਕਸਰ ਵਿੱਚ ਉਹ ਕਿਤੇ ਹੈ ਨਹੀਂ। ਗੁਰੂਆਂ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਤੇ ਉਹ ਹਾਜ਼ਰ ਨਾਜ਼ਰ ਆਪਾਂ ਬੈਠੇ ਹਾਂ। ਮਹਾਂਪੁਰਸ਼ਾਂ ਵਿੱਚ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਸਭ ਤੋਂ ਵੱਡੇ ਆ। ਤੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ, ਧਰਮਾਂ ਵਿੱਚ ਧਰਮ ਸਿੱਖ ਧਰਮ ਹੈ, ਜਿਹੜਾ ਕਿ ਸਾਰੇ ਧਰਮਾਂ ਦਾ ਨਿਚੋੜ ਹੈ। ਆਪਾਂ ਨੂੰ ਸਭ ਤੋਂ ਸ਼੍ਰੋਮਣੀ ਦਾਤਾ ਮਿਲੀ ਹੈ, ਸ਼੍ਰੋਮਣੀ ਗੁਰੂ ਨਾਨਕ ਸਾਹਿਬ ਜੀ, ਸ਼੍ਰੋਮਣੀ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੋਮਣੀ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ, ਤੇ ਸ਼੍ਰੋਮਣੀ ਧਰਮ ਸਿੱਖ ਧਰਮ। ਤੇ ਫਿਰ ਹੁਣ ਕਮੀ ਕਾਹਦੀ ਹੈ? ਕਮੀ ਜਿੰਨੀ ਆਪਾਂ ਕਮਾਈ ਕਰ ਲਾਂਗੇ ਤੇ ਜਿੰਨਾ ਹੀ ਨਾਮ ਜਪ ਲਾਂਗੇ ਉਨੀਆਂ ਹੀ ਝੋਲੀਆਂ ਭਰ ਜਾਣਗੀਆਂ। ਐਸ ਧਰਤੀ ਦੀ ਮਹਿਮਾ ਦਾਸ ਨੇ ਪਹਿਲੋਂ ਹੀ ਦੱਸੀ ਹੈ ਕਿ ਬਾਹਰ ਬੈਠ ਜਾਓ, ਇੱਕ ਦਿਨ ਦੀ ਜਿਹੜਾ ਆਵੇ ਜਿਹੜਾ ਜਾਵੇ ਉਹਨੂੰ ਕਿ ਦੱਸ ਤੇਰਾ ਕੀ ਸੰਬੰਧ ਹੈ ਨਾਨਕਸਰ ਨਾਲ, ਤੈਨੂੰ ਇੱਥੋਂ ਕੀ ਮਿਲਿਆ। ਅੱਜ ਵੀ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਰਹੀਆਂ ਨੇ। ਅੱਜ ਵੀ ਬਾਬਾ ਜੀ ਬੈਠੇ ਝੋਲੀਆਂ ਭਰ ਰਹੇ ਨੇ, ਅੱਜ ਵੀ ਦਾਤਾਂ ਦੇ ਰਹੇ ਨੇ। ਤੇ ਹੁਣ ਭਾਈ ਆਪਾਂ ਬਾਬਾ ਜੀ ਦੇ ਘਰ ਦੇ ਦਾਸ ਬਣ ਕੇ, ਸੇਵਕ ਬਣ ਕੇ ਇੱਥੇ ਕਮਾਈ ਕਰ ਲਈਏ। ਪ੍ਰੋਗਰਾਮ ਚੱਲ ਰਿਹਾ ਹੈ ਬੜੇ TV ਚੈਨਲਾਂ 'ਤੇ, ਪੂਰੇ ਵਰਲਡ ਵਿੱਚ ਹੀ ਚੱਲ ਰਿਹਾ। YouTube ਦੇ ਜ਼ਰੀਏ, ਚੈਨਲਾਂ ਦੇ ਜ਼ਰੀਏ, ਸਾਰੇ ਟੀਵੀਆਂ 'ਤੇ ਪ੍ਰੋਗਰਾਮ ਚੱਲ ਰਿਹਾ ਹੈ। ਸੰਗਤਾਂ ਬਹੁਤ ਬੈਠੀਆਂ ਘਰਾਂ 'ਚ ਦੇਖ ਰਹੀਆਂ ਨੇ। ਜਿਹੜਾ ਸ਼ਰਧਾ ਚੈਨਲ 'ਤੇ ਪ੍ਰੋਗਰਾਮ ਚੱਲਦਾ ਉਹਦੇ 'ਤੇ ਲੱਖਾਂ ਦੀ ਗਿਣਤੀ ਹੁੰਦੀ ਹੈ ਕਿ ਇੰਨੇ ਲੱਖਾਂ ਰੋਜ਼ ਇਸ ਰੈਣ ਸਬਾਈ ਨੂੰ ਵੇਖਦੇ ਆ। YouTube 'ਤੇ ਜਿਹੜੇ ਚੈਨਲ ਨੇ
ਉਹਨਾਂ ਦੇ ਕਿਸੇ ਦੇ ਕਿੰਨੇ ਹਜ਼ਾਰਾਂ, ਕਿੰਨੇ ਦੇ ਕਿਸੇ ਦੇ ਕਿੰਨੇ ਹਜ਼ਾਰਾਂ ਲੋਕ, ਇੱਕ ਇੱਕ ਚੈਨਲ 'ਤੇ ਲੋਕ ਜੁੜੇ ਹੋਏ ਨੇ। ਅਤੇ ਇਹ ਇੰਨਾ ਕੁ ਇਕੱਠ ਨਹੀਂ, ਇੱਥੇ ਤਾਂ ਬਹੁਤ ਵੱਡਾ ਇਕੱਠ ਰਹਿਣ ਸਬਾਈ ਨੂੰ ਤੱਕਣ ਵਾਲਾ ਕਿ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦਾ 150 ਸਾਲ ਏ। ਅਤੇ ਕਮੀ ਸਿਰਫ ਇੰਨੀ ਕੁ ਏ ਕਿ ਮੇਰਾ ਮਨ ਚਾਹੁੰਦਾ ਸੀ ਕਿ ਜਿਵੇਂ ਗੁਰੂ ਨਾਨਕ ਸਾਹਿਬ ਦੀ ਜਨਮ ਸ਼ਤਾਬਦੀ 'ਤੇ ਸਾਰੇ ਮਹਾਂਪੁਰਖ, ਸਾਰਾ ਪੰਥ, ਦੂਸਰੇ ਵੀ ਪਹੁੰਚੇ ਉੱਥੇ ਸੇਵਾ ਲਈਆਂ ਜਾ ਕੇ, ਕੀ ਹਿੰਦੂ, ਕੀ ਮੁਸਲਮਾਨ, ਕੀ ਸਿੱਖ। ਅਤੇ ਬਾਬਾ ਜੀ ਦੇ ਘੱਟ ਤੋਂ ਘੱਟ ਜਿਹੜੇ ਬਾਬਾ ਆਨੰਦ ਸਿੰਘ ਦੇ ਦਰ ਤੋਂ ਵਰਸ ਆਏ ਨੇ, ਉਹ ਤਾਂ ਇਸ 150 ਸਾਲ 'ਚ ਆ ਜਾਣ, ਆਣ ਕੇ ਕੋਈ ਵੀ ਸੇਵਾ ਕਮਾ ਲੈਣ, ਕਿਸੇ ਤਰ੍ਹਾਂ ਦੀ ਵੀ ਕੋਈ ਸੇਵਾ ਲੈਣ, ਅਤੇ ਇੱਥੇ ਪੂਰੀਆਂ ਰੌਣਕਾਂ ਲੱਗੀਆਂ ਹੋਣ। ਅਤੇ ਬਾਬਾ ਜੀ ਦੇ ਇਹ 150 ਸਾਲਾਂ ਦੀ ਜਨਮ ਸ਼ਤਾਬਦੀ ਆਪਣੀ ਮਨਾਈ ਹੋਈ ਸਫਲੀ। ਇਹ ਜ਼ਰੂਰੀ ਹੈ ਕਿ ਨਾਨਕਸਰ ਵਾਲੇ ਤਾਂ ਨਾਨਕਸਰ ਤੋਂ ਵਰਸ ਆਏ ਹੋਏ ਜ਼ਰੂਰ ਇਸ ਧਰਤੀ 'ਤੇ ਪਹੁੰਚਣ। ਉਹਨਾਂ ਨੂੰ ਆਪਦਾ ਪਿਛਲਾ ਸਮਾਂ ਹੀ ਯਾਦ ਆ ਜਾਏਗਾ। ਜਿੱਥੇ ਤੇਰੇ ਨਾਲ ਕਦੀ ਮੈਂ ਗੀਤ ਖੁਸ਼ੀ ਦੇ ਗਾਏ, ਪਤਾ ਲੱਗ ਜਾਏਗਾ ਕਿ ਅਸੀਂ ਆਪਣੇ ਪਿਆਰੇ ਨਾਲ ਇੱਥੇ ਕਿੰਨਾ ਕੁ ਆਨੰਦ ਮਾਣਿਆ, ਕਿੰਨਾ ਕੁ ਆਨੰਦ ਮਾਣਿਆ। ਬਹੁਤੇ ਲੋਕਾਂ ਦਾ ਤਾਂ ਜਿਹੜੇ ਇੱਥੇ ਰਹਿ ਕੇ ਗਏ ਨਾ ਬਾਬਾ ਆਨੰਦ ਸਿੰਘ ਜੀ ਕੋਲ ਜਾਂ ਬਾਬਾ ਈਸ਼ਰ ਸਿੰਘ ਜੀ ਕੋਲ, ਕੋਈ ਵੀ ਸਰੀਰ, ਬੜਿਆਂ ਨਾਲ ਦਾਸ ਦਾ ਮੇਲ ਹੋਇਆ। ਇੱਥੇ ਆ ਕੇ ਉਹਨਾਂ ਦਾ ਰੋਣਾ ਨਿਕਲ ਜਾਂਦਾ ਪੁੱਭ ਮਾਰਦੇ ਕਿ ਬਾਬਾ ਜੀ ਉਹ ਵੀ ਦਿਨ ਸੀ ਜਦੋਂ ਤੁਹਾਡੇ ਚਰਨਾਂ ਵਿੱਚ ਬਿਤਾਏ ਸੀ। ਉਹਨਾਂ ਦੀਆਂ ਭੁੱਬਾਂ ਨਿਕਲਦੀਆਂ ਜਿਨ੍ਹਾਂ ਮਹਾਂਪੁਰਖਾਂ ਨਾਲ ਇੱਥੇ ਸਮਾਂ ਬਿਤਾਇਆ, ਜੀਵਨ ਬਿਤਾਇਆ, ਬਚਪਨ ਬਿਤਾਇਆ। ਅਤੇ ਜ਼ਰੂਰ ਇਸ ਧਰਤੀ 'ਤੇ ਆ ਕੇ ਆਪਾਂ ਬੈਠਾਂਗੇ ਅਤੇ ਆਪਾਂ ਨੂੰ ਬੜਾ ਰਸ ਅਤੇ ਬੜਾ ਆਨੰਦ ਅਤੇ ਬੜੀਆਂ ਯਾਦਾਂ, ਸੋਈ ਹੋਈ ਸੁੱਤੀ ਹੋਈ ਕਿਸਮਤ ਜਾਗ ਪਏਗੀ, ਮਨ ਸੋਇਆ ਹੋਇਆ ਜਾਗ ਪਏਗਾ। ਬਾਬਾ ਜੀ ਦੀ ਸ਼ਕਤੀ ਹੈ। ਹੁਣ ਸਾਰੇ ਸ਼ਲੋਕ ਬੋਲ ਕੇ ਹਾਜ਼ਰੀ ਲਵਾਉਣਗੇ, ਜਿੰਨੇ ਗੁਰਮੁਖ ਪਿਆਰੇ ਸਾਰੇ ਬੈਠੇ ਆ। ਇਹ ਤਾਂ ਹੁਣ ਸਾਰੇ ਇੱਥੇ ਰਹਿੰਦੇ ਆ, ਭਾਈ ਮਨਵੀਰ ਸਿੰਘ, ਜਿੰਦੂ ਜੀ, ਸਰਜੀਤ, ਹੋਰ ਵੀ ਜਿਹੜੇ, ਅਸੀਂ ਤਾਂ ਬਾਹਰੋਂ ਆਉਣ ਵਾਲੇ ਆ ਮੱਥਾ ਟੇਕ ਕੇ ਹਾਜ਼ਰੀ ਲਵਾ ਕੇ ਭਰਨ ਵਾਲੇ। ਪਰ ਬਾਬਾ ਜੀ ਨੇ ਬਣਤੀ ਇਹੋ ਜਿਹੀ ਬਣਾਈ ਹੈ ਜਿਹੜੀ ਸਾਡੀ ਜੋੜ ਕੇ ਰੱਖਿਆ ਇਸ ਧਰਤੀ ਦੇ ਨਾਲ। ਹਾਂਜੀ, ਸ਼ਲੋਕ ਬੋਲ ਕੇ ਸ਼ੁਰੂਆਤ ਹੋਏਗੀ। ਧੰਨ ਗੁਰੂ ਨਾਨਕ। ਵਾਹਿਗੁਰੂ ਵਾਹਿਗੁਰੂ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਬਿਹਾਵੇ, ਤੁਧੋਂ ਭੁੱਲੇ ਸੇ ਜਮ ਜਮ ਮਰਦੇ, ਤੁਧੋਂ ਭੁੱਲੇ ਸੇ ਜਮ ਜਮ ਮਰਦੇ,
ਤਿਨ ਕਦੇ ਨਾ ਚੁਕਣ ਹਾਵੇ। ਤੂੜੀ ਮਜਣ ਸਾਧਖੇ ਸਾਈਂ ਥੀਏ ਕਿਰਪਾ। ਲੱਦੇ ਖੱਬੇ ਥੋਕੜੇ ਨਾਨਕ ਹਰ ਧਨ ਸਾਈਂ ਥੀਏ ਕਿਰਪਾ। ਜਿਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮ ਮਨ ਮਨ। ਜਿਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮ ਮਨ ਮਨ। ਧਨ ਸਈ ਨਾਨਕਾ ਪੂਰਨ ਸੋਈ ਸੰ। हम संतन की रेन प्यारे, हम संतन की शरणा। संत हमारी ओट सतानी, संत हमारा गहना। ਮੈਨੂੰ ਕੋਈ ਗੁਰਮੁਖ ਕਹਿੰਦਾ ਜੀ ਜਦੋਂ ਪਹਿਲੋਂ ਬਾਬਾ ਜੀ ਦੀ ਸ਼ਤਾਬਦੀ ਸੀ ਨਾ ਤੁਸੀਂ 2.5 ਘੰਟੇ ਲਾ ਦਿੰਦੇ ਸੀ, ਹੁਣ ਘੰਟਾ ਹੀ ਲਾਉਂਦੇ ਜੀ। ਮੈਂ ਕਿਹਾ ਮੈਂ ਆਪਦਾ ਟਾਈਮ ਪੂਰਾ ਹੀ ਲਾਉਣਾ, ਜਿਹੜੇ ਮੇਰੇ ਸਾਥੀ ਸੀ ਨਾ ਅੱਧੇ ਘੰਟੇ ਵਾਲੇ ਉਹ ਚਲੇ ਗਏ ਨੇ, ਉਹ ਉਹਨਾਂ ਕਰਕੇ 2.5 ਘੰਟੇ ਲੱਗ ਜਾਂਦੇ ਸੀ। ਇਸ ਕਰਕੇ ਜਿਹੜੇ ਨਾਲ ਵਾਲਾ ਸਾਥ ਹੁੰਦਾ ਨਾ ਇਹਨਾਂ ਦੇ ਨਾਲ ਟਾਈਮ ਵੱਧ ਲੱਗ ਜਾਂਦਾ। ਹਰਜੀਤ ਸਿੰਘ ਕਹਿ ਰਿਹਾ ਸੀ ਵੀ 4 ਵਜੇ ਕੀਰਤਨ ਸ਼ੁਰੂ ਹੋਣਾ ਹੈ। ਮੈਂ ਕਿਹਾ ਕੋਈ ਨਹੀਂ, ਅੱਜ ਤਾਂ ਭਾਵੇਂ 5 ਵਜੇ ਸ਼ੁਰੂ ਹੋ ਜੇ। ਤੇ ਬਾਬਾ ਜੀ ਦੇ ਘਰ ਦਾਸ ਦੀ ਇੱਕ ਵਿਚਾਰ ਆਈ ਸੀ ਹੁਣ ਕਿ ਇੱਥੋਂ ਦੀ ਪੜ੍ਹਾਈ ਕੀ ਹੈ। ਹਉ ਮੰਗੋ ਤੁਝੇ ਦਿਆਲ, ਕਰ ਦਾਸਾਂ ਗੋਲੀਆਂ। ਮੈਂ ਮੰਗ ਰਿਹਾ ਹੈ ਦਿਆਲ ਪ੍ਰਭੂ ਤੇਰੇ ਤੋਂ ਕਿ ਮੈਨੂੰ ਦਾਸਾਂ ਦਾ ਗੋਲਾ ਬਣਾ ਦੇ, ਪਰ ਅਸੀਂ ਦਾਸ ਨਹੀਂ ਬਣ ਸਕੇ। ਇੱਥੋਂ ਦੇ ਦਾਸ ਬਣ ਜਾਣਾ ਪਹਿਲੀ ਡਿਗਰੀ ਹੈ, ਦੂਜੀ ਡਿਗਰੀ ਹੈ ਦਾਸਾਂ ਦੇ ਦਾਸ ਬਣ ਜਾਣਾ। ਇਹ ਡਬਲ ਹੋ ਜਾਂਦੀ ਹੈ।
ਦਾਸਾਂ ਦੇ ਦਾਸ ਬਣ ਕੇ ਜਿਹੜੇ ਸਾਡੇ ਮਹਾਂਪੁਰਖਾਂ ਦੇ ਗੁਰੂਆਂ ਦੇ ਮਨ ਸੀ ਨਾ, ਦਾਸ ਤਾਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਕੋ ਰਿਹਾ ਹੈ। ਅਸੀਂ ਉਹਨਾਂ ਦੇ ਦਾਸ ਸੀ ਸਾਰੇ, ਪਰ ਇੰਨੀ ਉਹਨਾਂ ਦੀ ਗਰੀਬੀ ਸੀ ਕਿ ਉਹ ਸਾਰੇ ਆਪਦੇ ਦਾਸਾਂ ਦੇ ਵੀ ਦਾਸ ਬਣੇ ਹੋਏ ਸੀ। ਬਾਬਾ ਜੀ ਦੀ ਇੰਨੀ ਉੱਚੀ ਪੜ੍ਹਾਈ ਸੀ। ਹਾਂ ਮੰਗੋ ਤੁਝੇ ਦਿਆਲ ਕਰ ਦਾਸਾਂ ਗੋਲਿਆ, ਸਾਨੂੰ ਇਸ ਘਰ ਦਾ ਆਪਣੇ ਚਰਨਾਂ ਦਾ ਦਾਸ ਬਣਾ ਲਓ, ਆਪਦੇ ਦਾਸਾਂ ਦਾ ਵੀ ਦਾਸ ਕਰ ਲਵੋ। ਦਾਸਾਂ ਦੇ ਵੀ ਦਾਸ। ਜੇ ਅਸੀਂ ਇਸ ਪਾਸੇ ਨੂੰ ਜਾਵਾਂਗੇ ਤੇ ਰਸ ਹੀ ਰਸ, ਆਨੰਦ ਹੀ ਆਨੰਦ। ਪਰ ਸਾਡੀ ਉਡਾਰੀ ਤਾਂ ਨੂੰ ਹੁੰਦੀ ਹੈ ਕਿ ਹੁਣ ਮੈਂ ਇੱਕ ਡੇਰੇ ਦਾ ਸੰਤ ਬਣ ਗਿਆ, ਦੂਜੇ ਦਾ ਵੀ ਬਣ ਜਾ, ਹੋਰ ਵੀ ਮੇਰੇ ਅੰਡਰ ਆ ਜਾਣ, ਆ ਵੀ ਕੁਝ ਮੇਰਾ ਚੱਲ ਜੇ, ਮੈਂ ਹੋਰ ਵੱਡਾ ਹੋ ਜਾ। ਪਰ ਉੱਪਰ ਕੋਈ ਨਹੀਂ ਹੈਗਾ, ਸਭ ਕੁਝ ਨੀਵੇਂ ਹੀ। ਧੰਨ ਗੁਰੂ ਨਾਨਕ ਸਾਹਿਬ ਦੀ ਪੜ੍ਹਾਈ ਹੈ ਕਿ ਨੀਵੇਂ ਹੋ ਕੇ ਨਿਮਰਤਾ ਦੇ ਨਾਲ, ਗਰੀਬੀ ਦੇ ਨਾਲ ਹੀ ਸਾਰੇ ਰਲ ਕੇ ਹੀ ਸਮਾਂ ਲਾਵਾਂਗੇ ਬਾਬਾ ਜੀ ਦੇ ਚਰਨਾਂ ਦੇ ਵਿੱਚ। ਬਾਬਾ ਜੀ ਆਪਣੀ ਮਿਹਰ ਭਰੀ ਬਖਸ਼ਿਸ਼ ਕਰਨ, ਕਿਰਪਾ ਕਰਨ। ਆਪਦੇ ਸੇਵਕਾਂ ਦੀਆਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਬੈਠਦੇ ਸੀ ਨਾ ਆਸਣ 'ਤੇ, ਜਿੱਥੇ ਉਹ ਨਾਮ ਦੇ ਬੜੇ ਵੱਡੇ ਖੋਜੀ ਸੀ, ਨਾਮ ਦੇ ਉਪਾਸ਼ਕ ਸੀ, ਉੱਥੇ ਬਾਬਾ ਜੀ ਕੋਈ ਸੋਹਣਾ ਕੀਰਤਨ ਵੀ ਕਰਦਾ ਸੀ ਤੇ ਬੈਠੇ ਬਿਰਾਗਣ ਤੋਂ ਵੇਖਦੇ ਸੀ। ਤਬਲਾ ਸੋਹਣਾ ਵਜਾਉਂਦਾ ਸੀ ਤੇ ਉਹਦੇ ਵੱਲ ਵੀ, ਕੋਈ ਰਾਗ ਸੋਹਣਾ ਪੜ੍ਹਦਾ ਸੀ ਤੇ ਉਹਦੇ ਵੱਲ ਵੀ। ਗੁਣੀਆਂ ਦਾ ਸਤਿਕਾਰ ਕਰਦੇ ਸੀ ਬਾਬਾ ਆਨੰਦ ਸਿੰਘ ਜੀ ਮਹਾਰਾਜ। ਜਿੰਨੇ ਵੀ ਕੋਈ ਗੁਣੀ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਬਹੁਤ ਸਤਿਕਾਰ ਕਰਦੇ ਸੀ, ਵਿਦਵਾਨਾਂ ਦਾ, ਗੁਣੀਆਂ ਦਾ, ਸਭ ਦਾ ਸਤਿਕਾਰ ਕਰਦੇ ਸੀ। ਸਾਰੇ ਇੱਕ ਵਾਰੀ ਬਾਬਾ ਜੀ ਦੇ ਅੱਜ ਸਮਾਗਮ ਸ਼ੁਰੂ ਹੋਇਆ ਨਾ, ਤੇ ਹਰਿਮੰਦਰ ਸਾਹਿਬ ਤੋਂ ਸਿੰਘ ਸਾਹਿਬ ਨੇ ਸ਼ੁਰੂਆਤ ਕੀਤੀ। ਸਭ ਤੋਂ ਪਹਿਲੀ ਸ਼ੁਰੂਆਤ ਹਰਿਮੰਦਰ ਸਾਹਿਬ ਤੋਂ ਸਿੰਘ ਸਾਹਿਬ ਆਣ ਕੇ ਕਰਕੇ ਗਏ ਨੇ ਬਾਬਾ ਜੀ ਦੀ ਜਨਮ ਸ਼ਤਾਬਦੀ ਦੀ। ਤੇ ਹੁਣ ਸਾਰਿਆਂ ਨੇ ਆਪਾਂ ਨੇ ਇਹਦੇ ਵਿੱਚ ਪੂਰਾ ਰੰਗ ਭਰਨਾ ਹੈ। ਪੂਰੀ ਜਿਹੜੀ ਵੀ ਸੇਵਾ ਮਿਲੇ ਉਹੀ ਸੇਵਾ ਬਾਬਾ ਜੀ ਤੋਂ ਲੈ ਕੇ ਤੇ ਆਪਦੀ ਇਸ ਸ਼ਤਾਬਦੀ ਨੂੰ ਬਾਬਾ ਜੀ ਦੇ ਘਰੋਂ ਖੁਸ਼ੀਆਂ ਲੈ ਕੇ ਜਾਣੀਆਂ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਸਾਰੀ ਸੰਗਤ ਜਪੋ ਸੱਚ ਨਾਨਕ ਹੋਸੀ ਵੀ ਸੱਚ। ਇੱਕ ਵਾਰੀ ਵੀ ਮੂਲ ਮੰਤਰ ਜਪਾਂਗੇ ਤੇ ਇੱਥੇ 100 ਗੁਣਾ ਜੇ ਫਲ ਹੋਏਗਾ ਤੇ ਇੱਕ ਮਾਲਾ ਹੋ ਜਾਣੀ। ਜਿੰਨਾ ਵੀ ਵੱਧ ਫਲ ਹੋਏਗਾ ਉਨੀਆਂ ਹੀ ਮਾਲਾ ਹੋ ਜਾਣੀਆਂ। ਤੇ ਸਾਰੀਆਂ ਸੰਗਤਾਂ ਪਹਿਲੋਂ ਮੂਲ ਮੰਤਰ ਦੀ ਅੱਜ ਪਹਿਲਾ ਦਿਨ ਹੈ, ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ। ਪਰ ਵਾਰ-ਵਾਰ ਬੇਨਤੀ ਕਰ ਰਿਹਾ ਹੈ ਕਿ ਸਾਰੇ ਹੀ ਨਾਨਕਸਰ ਪਹੁੰਚ ਕੇ ਆ 3 ਦਿਨ ਸੇਵਾ ਚਲਾਓ। ਜਿਵੇਂ ਮਰਜ਼ੀ ਦੀਵਾਨ 'ਚ ਬਹਿ ਜਾਓ, ਸੁਖਮਣੀ ਕਰੀ ਜਾਓ, ਪਾਠ ਕਰੀ ਜਾਓ, ਜਿੱਥੇ ਵੀ ਕੋਈ ਸੇਵਾ ਮਿਲਦੀ ਉੱਥੇ ਲੱਗ ਜਾਓ।
ਤੇ ਸਮਾਂ ਇੰਨਾ ਬਿਜੀ ਨਹੀਂ। 7-7 ਮਹੀਨੇ ਲੋਕਾਂ ਨੇ ਘਰ ਚਲਾ ਦਿਆ। ਲਾਕਡਾਊਨ ਦੇ ਵਿੱਚ 7-7 ਮਹੀਨੇ ਇੱਕ ਕੋਠੇ 'ਚ ਬੈਠੇ ਰਹੇ ਨੇ। ਕੋਈ 6-6 ਮਹੀਨੇ ਅਜੇ ਤੱਕ ਨਹੀਂ ਕਈ ਨਿਕਲੇ। ਅਸੀਂ ਰੰਗਾਬਾਦ ਇੱਧਰ ਉੱਧਰ ਜਾ ਕੇ ਆਏ, ਉਹ ਨਹੀਂ ਮਿਲੇ। ਕਹਿੰਦੇ ਜੀ ਨਿਕਲਦੇ ਹੀ ਨਹੀਂ ਬਾਹਰ। ਭਾਈ ਇੰਨੇ ਮਹੀਨੇ ਤੁਸੀਂ ਘਰਾਂ ਵਿੱਚ ਲਾ ਲਏ ਤੇ ਬਾਬੇ ਨੰਦ ਸਿੰਘ ਕੋਲ 3 ਦਿਨ ਹੀ ਲਾ ਲਓ। ਇੰਨੇ ਮਹੀਨਿਆਂ ਨੇ ਤੁਹਾਡਿਆਂ ਨੇ ਕਰੋਨਾ ਨਹੀਂ ਭਜਾਇਆ ਤੇ ਬਾਬੇ ਨੰਦ ਸਿੰਘ ਦੀ ਨਜ਼ਰ ਹੀ ਬੇੜੇ ਪਾਰ ਕਰ ਦੇਗੀ। ਬਿਮਾਰੀਆਂ ਚੱਕੀਆਂ ਜਾਣਗੀਆਂ। ਜਿੱਥੇ ਵੀ ਕੋਈ ਪਹੁੰਚ ਸਕਦਾ ਹੈ ਪਹੁੰਚ ਜਾਓ, ਤੇ ਨਹੀਂ ਤਾਂ ਤਨ ਮਨ ਤੁਹਾਨੂੰ ਉੱਥੇ ਹੀ ਹਾਜ਼ਰ ਕਰ ਦਿਓ। ਇਹੀ ਪ੍ਰੋਗਰਾਮ ਸੁਣੋ, ਸਾਰਾ 24 ਘੰਟੇ ਚੱਲੇਗਾ। ਤੇ ਸਾਰੀ ਸੰਗਤ ਮੂਲ ਮੰਤਰ ਦਾ ਜਾਪ ਕਰੋ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਹਰ ਸੰਤਾਂ ਜੇ ਵੱਡ ਨਾ ਕੋਈ ਮੇਰੇ ਰਾਮ 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 ਮੇਰੇ ਰਾਮ। ਸੰਤਾਂ ਜੇ ਵੱਡ ਨਾ ਕੋਈ ਮੇਰੇ ਰਾਮ ਸੰਤਾਂ ਜੇ ਵੱਡ ਨਾ ਕੋਈ ਮੇਰੇ ਰਾਮ। ਹਰ ਸੰਤਾਂ ਜੇ ਵੱਡ ਨਾ ਕੋਈ ਮੇਰੇ ਰਾਮ ਹਰ ਸੰਤਾਂ ਜੇ ਵੱਡ ਨਾ ਕੋਈ ਮੇਰੇ ਰਾਮ। ਮੇਰੇ ਰਾਮ 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 ਮੇਰੇ ਰਾਮ। ਸੰਤਾਂ ਜੇ ਵੱਡ ਨਾ ਕੋਈ ਮੇਰੇ ਰਾਮ ਸੰਤਾਂ ਜੇ ਵੱਡ ਨਾ ਕੋਈ ਮੇਰੇ ਰਾਮ। ਹਰ ਸੰਤਾਂ ਜੇ ਵੱਡ ਨਾ ਕੋਈ ਮੇਰੇ ਰਾਮ ਹਰ ਸੰਤਾਂ ਜੇ ਵੱਡ ਨਾ ਕੋਈ ਮੇਰੇ ਰਾਮ। ਜੋ ਕਿਛ ਕਰੈ ਸੋਈ ਪ੍ਰਭ ਮਾਨ ਹੈ ਹੋਏ RAM ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਏ ਤਿਨ ਕੀ ਸੋਭਾ ਸਭਨੀ ਥਾਏ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਜਿਨ ਪ੍ਰਭ ਕੇ ਚਰਨ ਪਰਾਤੇ
ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਜੀ ਮੇਰੇ ਰਾਮ 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 ਮੇਰੇ ਹਰ ਰਾਮ ਸੰਤਾਂ ਜੇ ਵਡਨਾ ਕੋਈ ਮੇਰੇ ਰਾਮ ਹਰ ਸੰਤਾਂ ਜੇ ਵਡਨਾ ਕੋਈ ਮੇਰੇ ਹਰ ਰਾਮ ਸੰਤਾਂ ਜੇ ਵੱਡਨਾ ਕੋਈ ਮੇਰੇ ਰਾਮ ਹਰ ਸੰਤਾਂ ਜੇ ਵੱਡਨਾ ਕੋਈ ਮੇਰੇ ਮੇਰੇ ਰਾਮ ਹਰ ਸੰਤਾਂ ਜੇ ਵੱਡਣਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀਲ ਸੋਈ ਕੋਟ ਅਪਰਾਧੀ ਸੰਤ ਸੰਗ ਉਦਰੇ ਜਮ ਤਾਕੇ ਨੇੜ ਨਾ ਆਵੇ ਜਨਮ ਜਨਮ ਕਾ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉਆਨ ਮਿਲਾਵੇ ਮੇਰੇ ਹਰ ਸੰਤਾਂ ਜੇ ਵਡਨਾ ਕੋਈ ਮੇਰੇ ਰਾਮ ਤਾਂ ਜੇ ਵੱਡਨਾ ਕੋਈ ਮੇਰੇ ਰਾਮ ਤਾਂ ਜੇ ਵੱਡਨਾ ਕੋਈ ਮੇਰੇ ਰਾਮ ਮੇਰੇ ਰਾਮ ਹਰ ਜਨ ਕੇ ਹੋ ਬਲ ਜਾਈ ਕੇਸਾ ਕਾ ਕਰ ਚਵਰ ਟੁਲਾ ਚਰਨ ਤੂੜ ਮੁਖ ਲਾਈ ਚਰਨ ਤੂੜ ਮੁਖ ਲਾਈ ਮੇਰੇ ਰਾਮ ਹਰ ਸੰਤਾਂ ਜੇ ਵਡਨਾ ਕੋਈ ਮੇਰੇ ਰਾਮ ਤਾਂ ਜੇ ਵੱਡਨਾ ਕੋਈ ਮੇਰੇ ਰਾਮ ਸੰਤਾਂ ਜੇ ਵੱਡਨਾ ਕੋਈ ਮੇਰੇ ਰਾਮ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀਦਾ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਮੇਰੇ ਰਾਮ ਹਰ ਸਿਉ ਲੈਨ ਮਿਲਾਏ ਮੇਰੇ ਰਾਮ ਹਰ ਸੰਤਾਂ ਜੇ ਵੱਡਨਾ ਕੋਈ ਮੇਰੇ ਰਾਮ ਹਰ ਸੰਤਾਂ ਜੇ ਵੱਡਨਾ ਕੋਈ ਮੇਰੇ ਰਾਮ ਹਰ ਸੰਤਾਂ ਜੇ ਵੜਨਾ ਕੋਈ। ਡਿਪਟੀ ਸਾਹਿਬ ਨੂੰ ਸੰਤ ਸੁਜਾਨ ਸਿੰਘ ਜੀ ਕਹਿੰਦੇ ਵੀ ਕੁੱਤੇ ਦੇ ਪੈਰੀ ਹੱਥ। ਗੁਰਬਾਣੀ ਚ ਕਿਹਾ ਸੰਤਨ ਕੀ ਕੂਕਰ ਪੜੀ। ਕਹਿੰਦੇ
ਮਾੜੇ ਪੁਰਸ਼ ਦੀ ਮਾਂ ਦੇ ਨਾਲੋਂ ਤਾਂ ਸੰਤਾਂ ਦੀ ਕੁੱਤੀ ਚੰਗੀ। ਉਹ ਨਾਮ ਸੁਣਦੀ ਹੈ। ਹਾਂ ਕੁੱਕਰ ਤੇਰੇ ਦਰਬਾਰ। ਸੰਤਾਂ ਨੇ ਫਿਰ ਕੀ ਕੌਤਕ ਵੇਖਿਆ ਕਿ ਉਹ ਕਾਲੂ ਕੁੱਤੇ ਦੇ ਪੈਰਾਂ ਦੇ ਵਿੱਚ ਰੋਟੀ ਫੜੀ ਹੋਈ ਤੇ ਖਾ ਰਿਹਾ। ਉੱਪਰੋਂ ਇੱਕ ਗਿਰਝ ਆਈ, ਝਪਟ ਮਾਰ ਕੇ ਉਹ ਰੋਟੀ ਕੱਢ ਕੇ ਲੈ ਗਈ। ਅੱਗੇ ਜਾ ਕੇ ਇੱਕ ਪਾਪੀ ਮਰਿਆ ਪਿਆ ਹੈ, ਉਹਦੇ ਉੱਤੇ ਉਹ ਰੋਟੀ ਦਾ ਟੁਕੜਾ ਡਿੱਗ ਪਿਆ। ਉਹਨੂੰ ਲੈਣ ਵਾਸਤੇ ਦਰਗਾਹ ਵਿੱਚੋਂ ਬੇਬਾਨ ਆ ਗਿਆ ਹੈ, ਬੇਕੁੰਠਾਂ 'ਚ ਲਿਜਾਣ ਵਾਸਤੇ। ਤੇ ਆਵਾਜ਼ ਆ ਰਹੀ ਹੈ, ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ। ਆਖੋ ਸੀ ਉਸ ਬੇਬਾਨ 'ਚੋਂ ਆਵਾਜ਼ ਆ ਰਹੀ ਹੈ ਕਿ ਬਾਬੇ ਆਨੰਦ ਸਿੰਘ ਦੇ ਦਰ ਦੇ ਕੁੱਤੇ ਦੀ ਝੂਠੀ ਰੋਟੀ ਇਸ ਪਾਪੀ ਤੇ ਪਈ ਏ, ਇਸ ਪਾਪੀ ਦਾ ਉਧਾਰ ਹੋ ਗਿਆ। ਪੜ੍ਹ ਲਓ ਬਾਬਾ ਆਨੰਦ ਸਿੰਘ ਜੀ। ਬੇਬਾਨ ਦੇ ਵਿੱਚੋਂ ਆਵਾਜ਼ ਆ ਰਹੀ, ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ। 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 ਹਰ ਮਨ ਤਨ ਵਸਿਆ ਸੋਈ। ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਕਰੇ ਸਭ ਕੋਈ। ਜੈ ਹੋਵੇ ਤੇਰੀ ਜੈ ਹੋਵੇ। 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 ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ। ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ। ਆਨੰਦ ਸਿੰਘ ਜੀ ਤੇਰੀ ਜੈ ਹੋਵੇ। ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ। ਹਰ ਮਨ ਤਨ ਵਸਿਆ ਸੋਈ। ਜੈ ਜੈਕਾਰ ਕਰੇ ਸਭ ਕੋਈ। ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਜਾਈ। ਜੋ ਲੋਹਾ
ਚੰਦਨ ਵਾਸ ਨਿਮ ਮਹਿਕਾਈ ਪਸੂਪੁਰੇ ਤੋਂ ਦੇਵਕਾਰ ਪੂਰੇ ਸਤਿਗੁਰ ਦੀ ਵਡਿਆਈ ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ ਜੀ ਤੇਰੀ ਜੈ ਹੋਵੇ ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਭੇਜ ਸਵਾਰੀ ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ ਆਨੰਦ ਸਿੰਘ ਜੀ ਤੇਰੀ ਜੈ ਹੋਵੇ ਜੈ ਹੋਵੇ ਤੇਰੀ ਜੈ ਹੋਵੇ ਜੈ ਹੋਵੇ ਤੇਰੀ ਜੈ ਹੋਵੇ ਹੋਵੇ ਤੇਰੀ ਜੈ ਹੋਵੇ ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਆਨੰਦ ਸਿੰਘ ਜੀ ਤੇਰੀ ਤੇਰੀ ਜੈ ਹੋਵੇ ਅਲਖ ਨਿਰੰਜਨ ਆਖੀਐ ਅਲਖ ਨਿਰੰਜਨ ਆਖੀਐ ਅਕਲ ਅਜੂਨ ਅਕਾਲ ਅਪਾਰਾ ਰਬ ਸਚ ਜੋਤ ਜੋਤ ਲੰਗ ਪਰਮ ਜੋਤ ਪਰਮੇਸ਼ਰ ਪਿਆਰਾ ਜਗਮਗ ਜੋਤ ਨਿਰੰਤਰੀ ਜਗ ਜੀਵਨ ਜਗ ਜੈ ਜੈਕਾਰਾ ਨਮਸਕਾਰ ਸੰਸਾਰ ਵਿੱਚ ਨਮਸਕਾਰ ਸੰਸਾਰ ਵਿੱਚ ਆਦ ਪੁਰਖ ਆਦੇਸ਼ ਉਧਾਰਾ ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ 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 ਆਨੰਦ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ ਹਾਂ ਜੈ ਹੋਵੇ ਤੇਰੀ ਜੈ ਹੋਵੇ ਜੈ ਹੋਵੇ ਤੇਰੀ ਜੈ ਹੋਵੇ ਬਾਬਾ ਆਨੰਦ ਸਿੰਘ ਜੀ 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 ਤੇਰੀ ਜੈ ਹੋਵੇ ਸਿੰਘ ਸਾਹਿਬ ਪੜਨਾ ਸਾਹਿਬ ਦੇ ਕਹਿੰਦੇ ਕਮਾਲ ਹੈ ਗੋਰੇ ਮਸਕੀਨ ਹੈ ਨਾ ਹਾਂਜੀ ਰਣਜੀਤ ਹਾਂਜੀ ਹਾਂ ਇਸ ਤਰ੍ਹਾਂ ਕਰਦੇ ਕਮਾਲ ਹੈ ਕਮਾਲ ਹੈ ਮੈਂ ਕਿਹਾ ਕਾਹਦੀ ਕਹਿੰਦੇ ਬਾਬਾ ਆਨੰਦ ਸਿੰਘ ਦੇ ਨਾਂ ਤੇ ਕੋਈ ਦੋ ਇੱਟਾਂ ਵੀ ਲਾ ਲੈਂਦਾ ਹੈ ਨਾ ਉਹਨੂੰ ਹੀ ਸਾਰਾ ਇਲਾਕਾ ਮੰਨਣ ਲੱਗ ਜਾਂਦਾ ਹੈ ਜਿੱਥੇ ਵੀ ਕੋਈ ਬਹਿ ਜੇ ਕਿੰਨੀ ਕਮਾਈ ਮਹਾਂਪੁਰਖ ਦੀ ਕਿ ਬਾਬਾ ਆਨੰਦ ਸਿੰਘ ਦੇ ਨਾਂ ਤੇ ਦੋ ਇੱਟਾਂ ਵੀ ਲਾਈਆਂ
जग झुक गया। बाबा जी की कमाई कोई थोड़ी नहीं। धन बाबा नंद सिंह जी जिन्हों ने संगिया ने गुरु ग्रंथ साहब तो बड़े ही महान ने, कोई पारावार नहीं, कोई अंत नहीं। जिन्ना संगिया ने बाबा नंद सिंह का घर आसन ला लिया ना गुरु ग्रंथ साहब की हजूरी, पता नहीं बाबा नंद सिंह जी महाराज उन्होंने की सिखाई जाते हैं, की सिक्ख्या दी जाते हैं। उन्होंने गुरु ग्रंथ साहब की प्यार ही बड़ा भरिया जाता है। उन्होंने घर की सेवा देख लो तो दूसरिया भावें किसी गुरुद्वारे में जाके देख लो, उन्नी सेवा नहीं। जिन्होंने बाबा जी का आसन लाया, बाबा नंद सिंह जी महाराज का गुरु ग्रंथ साहब की हजूरी च आसन ला लिया, बाबा जी जुगत दे जाते हैं। बाबा जी वाला प्यार भरिया जाता अंदर कि जिहड़ी भावना नाल बाबा नंद सिंह जी सेवा करते हैं ना, संगी जिन्ने भी बेहंगम ने, जिथे श्री गुरु ग्रंथ साहब जी का बड़े प्यार नाल प्रकाश करते आ, भोग लाउंदे आ। पाठी सिंह भी जिथे भी जान नाल बाबा जी का आसन जरूर लाउंदे हैं। आसन महापुरखों का है। आसन तो हमेशा ही बाबा जी का ही स्वरूप रखना चाहिए है। कई गुरु साहब दे रखते आ, गुरु साहब के पिछे पालकी च स्वरूप रखने हैं। गुरु नानक साहब के 10 गुरुआं दे, गुरु गोबिंद सिंह जी दे, इत्थे बुत परस्ती नहीं। ये गुरु नानक दे घर विच फोटो प्रवान है। ये फोटो प्रवान ये सारे गुरुआं दे नाल कौतक होया। सेवकां दे संगियां दे कोल गुरु नानक साहब दियां, गुरु 6वें पातशाह दियां, गुरु गोबिंद सिंह जी, गुरु 9वें पातशाह अपनी फोटो आप बना के दे रहे ने। 10वें पातशाह अपना स्वरूप आप दे रहे ने। फोटो में कहना बाबा जी फोटो नहीं कहन देंदे। धन धन बाबा कुंदन सिंह जी, जे कोई फोटो कहता ही ना जी बाबा नंद सिंह की फोटो है, गुरु नानक बाबा जी बड़ी गहरी अख नाल वेखदे सी। जे कोई सतगुरां दा नाम भी लैंदा सी ना, ग्रंथ करके कहंदा सी, ते बाबा जी बाबा कुंदन सिंह जी उन्होंने भी गहरी अख नाल देखदे सी कि सतगुरां नूं ग्रंथ क्यों कहंदे हो। ग्रंथ तां महाराज ने रहन ही नहीं दिता, गुरु बनाता है, तो तुसी ग्रंथ क्यों कहंदे हो। बाबा जी दे मुखों ग्रंथ का नाम नहीं सुनिया। जिन्हां ने सतगुरां दी गुरु ग्रंथ साहब की प्रगट गुरुआं की सेवा की, असी लैक्चर च प्रचार च कही जाने आ। बाबा कुंदन सिंह जी महाराज जे कोई गुरु सतगुरां नूं गुरु ग्रंथ करके कहंदा सी ते उहनूं वेखदे सी भी ये की कह रहा है। जे कोई स्वरूप नूं फोटो कहंदा सी ते उहदे वल तकदे सी, फोटो ये गुरु साहब का स्वरूप है, ये स्वरूप है। इन्नी वड्डी बाबा जी की कमाई सी, इन्नी वड्डी वडियाई, असी बाबा नंद सिंह जी के दर्शन नहीं किए। पर जेड़े बाबा नंद सिंह कोल रहे आ ना, उन्हां दे दर्शन करके ही धन धन हो गई। चाहे बाबा खेम सिंह सी, बाबा साधु सिंह जी सी, बाबा कुंदन सिंह जी सी, होर भी बड़े महापुरख सी जिन्हां दे दर्शन किए। बाबा मीहा सिंह जी, असी तो बाबा नंद सिंह जी दे कोल जेड़े रहे सन, उन्हां नूं वेख के ही धन धन हो गई कि एडे वड्डे बाबा नंद सिंह, जिन्हां तो वरोस आए हुए महापुरख, एडे सिरड़ वाले, एडे सिदक वाले, एडी बंदगी वाले, थे बाबा नंद सिंह जी महाराज दा तां अंत ही नहीं। बाबा नंद सिंह दी वडियाइयां दा अंत नहीं।
ठीक है, मैं बाबा ईशर सिंह महाराज के भी दर्शन नहीं किए, पर जेड़े बाबा ईशर सिंह जी को रहे आ ना, उन्होंने बाबा ईशर सिंह जी ने एक बचन ते मरते हुए वेख्या, मरते हुए मर गए उस बचन ते, बचन नहीं छड्डिया। बाबा ईशर सिंह जी दियां कमाइयां कहंदे पता लगता है, वडियाइयां पता लगदियां ने कि सेवकां तो, अस्थान तो, उन्हां दी शोभा तो। ते बाबे माहर नाम सिंह दे असी दर्शन नहीं किए, जेड़े उन्हां कोल रहे आ उन्हां विचों भी कुछ शरीरां दे जिन्हें बाबे माहर नाम सिंह दे दर्शन किए होण, एक दो शरीरां दे दास ने दर्शन किए आ। पर बाबे माहर नाम सिंह की वडियाई, एक बारी इधर पटियाले वाल कोई संगी कहन लगे जी असीं भुच्चो जाना है, भुच्चो वालियां दे स्थान दे दर्शन करने हैं। वो कहते भाई इस स्थान ते तुसीं जाओगे, कोई बेअदबी कर बैठोगे, उनदे नाल ना जाओ चंगा है। कहते जी जाना तो असीं जरूर है। महापुर कहते फिर असीं जाण दी जुगत देने आ तुहानूं, जे तुसीं भुच्चो साहिब दर्शन करन जाना है ना, तो किसी तो मंगा के भुच्चो वालियां दियां 12-13 किताबां ने वो पढ़ लवो, फिर दर्शन करन जाओ, तुहानूं वेखियो दर्शन करके किन्ना आनंद आउंदा। वो गुरमुख प्यारे बहादुरगढ़ दे सी, नितनेम पाठ पूजा करने वालों महापुरुषों प्रति चाह चढ़ेगा। जेड़ा गुरु ग्रंथ साहिब जी की सेवा करता है ना प्रतख जान के, भाई उन्होंने संतां प्रति चाह चढ़ता ही चढ़ता है। तो जेड़ा दिखावा करता है वो फिर उही जानता है। जेड़ा मनदा है गुरु साहिब नूं, उन्होंने गुरु साहिब की सेवा ते साधुआं के दर्शनों का चाह चढ़ना ही चढ़ना है। सेवा जागनी है, चाओ उपजना ही है। गुरु साहब दात ही यह देंदे आ। उन्हां गुरमुखां ने किताबां मंगाइयां ते एक बाबा जी के इतिहास की पोथी पढ़ी, दूजी तीजी चौथी किताब कह लो, पोथी कह लो, बाबा जी के इतिहास की चौथी पोथी चौथा हिस्सा पढ़ के वो फिर संतां कोल नहीं गए कि संतां ने तो सानू कहा सी 12-13 पढ़ के जाओ। वो उत्थे भुच्चो साहिब जाके पहलों माफ़ी मंगन लग पे उत्थे आण के साडे कोलों, जे असीं महापुरुषों के बचन की उलंघना कर आए हैं तो असीं पहलों इस स्थान तो तुहाडे तो माफ़ी मंगने आ कि साडे महापुरखों ने कहा सी ये 13 पोथियां जिहड़ियां ने 13 हिस्से पढ़ के जाने आ, ते असीं 4 तो बाद रह नहीं सके। जी करदा सी उड़ के चले जाइए, तो असीं महापुरखों के बचन की उलंघना की पहलों इत्थों माफ़ी मंगते हैं, फिर जाके उन्हां तो मंग लांगे जी असीं रह नहीं सके। बेबसी उन्होंने सारे दर्शन दिदारे किए भी कितनी वड्डी वडियाई कि बाबा माहर नाम सिंह का सारा इतिहास ही नहीं पढ़िया गया, सारे हिस्से नहीं पढ़े गए। तो वो गुरमुख प्यारे उथे दर्शन करके वापस फिर अपने महापुरखों कोल गए, तो अपनी उन्होंने जेड़ा उन्होंने मन का बैराग सी साढ़े तो माफ़ी मंगी, उन्होंने तो माफ़ी मंगी कि बाबा माहर नाम सिंह जी इन्ने वड्डे, इन्ने उच्चे, इन्नी उन्हां दी कमाई, मैं तो उन्हां दा नाम सुन के ही मोहिया गया। आखो श्री वाहिगुरू, मैं तो उन्हां दा नाम सुन के ही, उन्हां दियां वडियाइयां सुन के मेथों रह नहीं सकिया। मैं उन्हां दा नाम सुन के ही मोहित हो गया, उन्हां दियां वडियाइयां ते जस सुन के। पेख पेख स्वामी की शोभा।
ਵਡਿਆਈਆਂ ਤੇ ਜਸ ਸਾਡੇ ਗੁਰੂਆਂ ਦਾ, ਸਾਡੇ ਮਹਾਂਪੁਰਸ਼ਾਂ ਦਾ ਸਾਨੂੰ ਬੜਾ ਪਿਆਰਾ ਹੈ। ਸਾਨੂੰ ਆਪਣੇ ਮਹਾਂਪੁਰਖਾਂ ਦਾ ਜਸ ਬਹੁਤ ਹੀ ਪਿਆਰਾ ਹੈ। ਜੇ ਗੁਰੂ ਸਾਹਿਬ ਤੋਂ ਪੁੱਛਾਂਗੇ ਤੇ ਗੁਰੂ ਸਾਹਿਬ ਕਹਿੰਦੇ ਕਿ ਹਾਂ ਭਾਈ, ਮਹਾਂਪੁਰਖਾਂ ਦਾ ਜਸ ਸਭ ਤੋਂ ਪਿਆਰਾ ਹੁੰਦਾ ਹੈ। ਮਹਾਂਪੁਰਖ ਸਭ ਤੋਂ ਪਿਆਰੇ ਵੱਡੇ ਹੁੰਦੇ ਨੇ। ਮੇਰੇ ਰਾਮ ਹਰ ਸੰਤਾਂ ਜੇ ਵਡਨਾ ਕੋਈ ਬਣ। ਹਰ ਜੇ ਵਡਨਾ ਕੋਈ ਮੇਰੇ ਰਾਮ, ਸੰਤਾਂ ਜੇ ਵਡਨਾ ਕੋਈ ਮੇਰੇ ਰਾਮ, ਸੰਤਾਂ ਜੇ ਵਡਨਾ ਮੇਰੇ ਰਾਮ, ਸੰਤਾਂ ਜੇ ਵਡਨਾ ਕੋਈ ਮੇਰੇ ਰਾਮ। ਹਰ ਸੰਤਾਂ ਜੇ ਵਡਨਾ ਕੋਈ ਮੇਰੇ ਨਾਮ, ਸੰਤਾਂ ਜੇ ਵਡਨਾ ਕੋਈ ਮੇਰੇ ਰਾਮ, ਸੰਤਾਂ ਜੇ ਵਡਨਾ ਕੋਈ ਮੇਰੇ ਰਾਮ, ਸੰਤਾਂ ਜੇ ਵਡਨਾ ਕੋਈ ਮੇਰੇ ਰਾਮ। ਮੇਰੇ ਰਾਮ, 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 ਮੇਰੇ ਰਾਮ। ਸੰਤਾਂ ਜੇ ਵਡਨਾ ਕੋਈ ਮੇਰੇ ਰਾਮ, ਹਰ ਸੰਤਾਂ ਜੇ ਵਡਨਾ ਕੋਈ ਮੇਰੇ ਰਾਮ। ਸੰਤਾਂ ਜੇ ਵਡਨਾ ਕੋਈ ਮੇਰੇ ਰਾਮ, ਸੰਤਾਂ ਜੇ ਵਡਨਾ ਕੋਈ ਮੇਰੇ ਰਾਮ। ਮੇਰੇ ਰਾਮ, ਮੇਰੇ ਰਾਮ, ਮੇਰੇ ਰਾਮ, ਮੇਰੇ ਰਾਮ, ਮੇਰੇ ਰਾਮ, ਰਾਮ ਰਾਮ, ਮੇਰੇ ਰਾਮ, ਰਾਮ ਰਾਮ, ਮੇਰੇ ਰਾਮ, ਰਾਮ ਰਾਮ, ਮੇਰੇ ਰਾਮ, ਰਾਮ ਰਾਮ। ਹਰ ਸੰਤਾਂ ਜੇ ਵਡਨਾ ਕੋਈ ਮੇਰੇ ਰਾਮ, ਸੰਤਾਂ ਜੇ ਵਡਨਾ ਕੋਈ ਮੇਰੇ ਰਾਮ। ਸੰਤਾਂ ਜੇ ਵਡਨਾ ਕੋਈ ਮੇਰੇ ਰਾਮ, ਸੰਤਾਂ ਜੇ ਵਡਨਾ ਕੋਈ ਮੇਰੇ ਰਾਮ। ਆਇਆ ਮੋਹ ਪਰਮ ਪਉ ਕਾਟੈ, ਸੰਤ ਸਰਨ ਜੋ ਆਵੇ। ਵਾਹਿਗੁਰੂ 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 ਵਾਹਿਗੁਰੂ। ਜੀ ਮਾਇਆ ਮੋਹ ਪਰਮ ਪਉ ਕਾਟੈ, ਸੰਤ ਸਰਨ ਜੋ ਆਵੇ। ਵਾਹਿਗੁਰੂ 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 ਵਾਹਿਗੁਰੂ। ਜੇ ਹਮ ਮਨੋਰਥ ਕਰ ਆਰਾਧੈ, ਸੋ ਸੰਤਨ ਤੇ ਪਾਵੇ। ਵਾਹਿਗੁਰੂ 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 ਵਾਹਿਗੁਰੂ। ਜਨ ਕੀ ਮਹਿਮਾ ਕੇਤਕ ਬਰਨੋ, ਜੋ ਪ੍ਰਭ ਆਪਣੇ ਭਾਣੇ। ਕਹੂ ਨਾਨਕ ਜਿਨ ਸਤਿਗੁਰ ਭੇਟਿਆ, ਸੇ ਸਭ ਤੇ ਭਏ ਨਿਕਾਣੇ। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਬਾਬਾ ਜੀ ਦੀਆਂ ਵਡਿਆਈਆਂ ਘੋਰ ਕਲਯੁਗ ਦੇ ਵਿੱਚ ਬੜਾ ਬੁਰਾ ਹਾਲ ਹੈ। ਸੰਸਾਰ ਵਿੱਚ ਬਹੁਤ ਬੁਰਾ ਹਾਲ ਹੈ। ਧਾਰਮਿਕ ਸਥਾਨਾਂ ਤੇ ਵੀ ਕਹਿੰਦੇ ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆ ਇਹ ਜੰਤ ਵਿਚਾਰ। ਜਿੱਥੇ ਯੱਗ ਹੁੰਦੇ ਸੀ, ਜਿੱਥੇ ਇਸ਼ਨਾਨ ਹੁੰਦੇ ਸੀ, ਜਿੱਥੇ ਤਪ ਸੀ, ਜਿਹੜੇ ਬੜੇ ਬੜੇ ਸਥਾਨ ਸੀ, ਤੇ ਖੰਡਾਂ ਬ੍ਰਹਿਮੰਡਾਂ ਵਿੱਚ ਵੀ ਇਹ ਮਾਇਆ ਜਿਹੜੀ ਹੈ ਨਾ, ਇਹਨੇ ਪਸਾਰਾ ਪਸਾਰ ਲਿਆ। ਇਹਨੇ ਆਪਣਾ ਪ੍ਰਤਾਪ ਵਧਾ ਲਿਆ। ਤੇ ਉਸ ਸਮੇਂ ਦੇ ਵਿੱਚ ਬਾਬਾ ਜੀ
ਬਾਬਾ ਆਨੰਦ ਸਿੰਘ ਜੀ ਮਹਾਰਾਜ ਆ ਕੇ ਘੋਰ ਕਲਯੁਗ ਦੇ ਵਿੱਚ ਸਾਨੂੰ ਸਤਿਯੁਗ ਬਣਾ ਕੇ ਦੇ ਗਏ। ਸਤਿਯੁਗ ਕੀ ਹਾਲ ਹੈ ਲੋਕਾਂ ਦੇ ਘਰਾਂ 'ਚ। ਸਾਡੇ ਸੰਗੀਆਂ ਦੇ ਪਰਿਵਾਰਾਂ ਤੇ ਬਾਬਾ ਜੀ ਦੀ ਕਿੰਨੀ ਕੁ ਮਿਹਰ ਹੈ, ਕਿੰਨੀ ਕੁ ਬਖਸ਼ਿਸ਼, ਕਿੰਨੀ ਕੁ ਸੇਵਾ, ਕਿੰਨਾ ਕੁ ਉਹ ਨਾਮ ਜਪਦੇ, ਦਸਵੰਧ ਕੱਢਦੇ, ਚੱਲ ਚੱਲ ਕੇ ਆਉਂਦੇ ਆ। ਬਾਬਾ ਜੀ ਨੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਨਾ। ਇੱਕ ਲੁਧਿਆਣੇ ਤੋਂ ਪਰਿਵਾਰ ਸੀ ਸੰਗੀ, ਸੰਧੂ ਪਰਿਵਾਰ। ਉਹਨਾਂ ਨੂੰ ਮੈਂ ਕਿਹਾ ਵੀ ਬਾਬਾ ਜੀ ਮੈਨੂੰ ਕਹਿੰਦੇ ਲੁਧਿਆਣੇ ਤੋਂ ਲੰਗਰ ਪ੍ਰਸ਼ਾਦੇ ਦੀਆਂ ਡਿਊਟੀਆਂ ਲਵਾ ਨਾਨਕਸਰ। ਤੇ ਮੈਂ ਉਹਨਾਂ ਕੋਲ ਚਲਾ ਗਿਆ ਵੀ ਸੰਗੀ ਜੁੜਿਆ, ਚਲੋ ਕਾਰੋਬਾਰ ਚੱਲਿਆ ਇਹਨਾਂ ਦਾ। ਮੈਂ ਕਿਹਾ ਵੀ ਤੁਹਾਡੀ ਡਿਊਟੀ ਨਾ ਮੰਗਲਵਾਰ ਪ੍ਰਸ਼ਾਦੇ ਦੀ ਹੈ ਨਾਨਕਸਰ ਲਿਜਾਣ ਦੀ। ਕਹਿੰਦੇ ਅਸੀਂ ਪਕਾ ਦਿਆਂ ਕਰਾਂਗੇ ਪਰ ਲਿਜਾ ਨਹੀਂ ਸਕਦੇ। ਮੈਂ ਕਿਹਾ ਚਲੋ ਅਸੀਂ ਲੈ ਜਾ ਕਰਾਂਗੇ, ਜਦ ਠਾਠ ਤੱਕ ਪਹੁੰਚਾ ਦਿਓ। ਉਹਨਾਂ ਦੇ ਕੋਲ ਸੀ ਸਾਈਕਲ 3 ਟਾਇਰਾਂ ਵਾਲਾ। ਉਸ ਸਮੇਂ ਪਿੱਛੇ ਜਿਹੜਾ ਰਿਕਸ਼ਾ ਬਣਿਆ ਹੁੰਦਾ ਨਾ 3 ਟਾਇਰਾਂ ਵਾਲਾ, ਉਹ ਸੀ। ਤੇ ਉਹਨਾਂ ਦਾ ਛੋਟਾ ਜੋ 2 ਛੋਟੇ ਭਰਾ ਸੀ, ਹਰਭਜਨ ਸਿੰਘ ਸੰਧੂ ਤੇ ਜੋਗਿੰਦਰ ਸਿੰਘ। ਹਰਭਜਨ ਸਿੰਘ ਸੰਧੂ ਉਸ ਟਾਇਰ ਤੇ ਕਹਿੰਦਾ ਚਲੋ ਮੈਂ ਆ ਰਿਕਸ਼ੇ ਤੇ ਗੱਠਾ ਗੁੱਠਾ ਢੋਂਦੇ ਸੀ, ਗੱਡੀ ਤਾਂ ਹੈ ਨਹੀਂ ਸੀ ਉਹਨਾਂ ਕੋਲ। ਰਿਕਸ਼ੇ ਦੇ ਉੱਤੇ ਪ੍ਰਸ਼ਾਦਾ ਇੱਥੇ ਲੁਧਿਆਣੇ ਨਾਨਕਸਰ ਪਹੁੰਚਾ ਦਿਆਂਗੇ। ਮੈਂ ਕਿਹਾ ਤੁਸੀਂ ਮਾਡਲ ਟਾਊਨ ਸਟੇਸ਼ਨ ਤੇ ਪਹੁੰਚਾ ਦਿਆ ਕਰੋ ਸਿੱਧਾ, ਉੱਥੋਂ ਮਾਈ ਜਵੱਦੀ ਵਾਲੀ ਲੈ ਜੇ ਕਰੇਗੀ। ਉਹਨਾਂ ਨੇ ਹਰੇਕ ਮੰਗਲਵਾਰ ਪਹਿਲੋਂ ਘਰੇ ਅਸੀਂ ਚੱਕਦੇ ਸੀ ਪ੍ਰਸ਼ਾਦਾ ਉਹਨਾਂ ਦਾ, ਫਿਰ ਉਹਨਾਂ ਨੇ ਸਟੇਸ਼ਨ ਤੇ ਪਹੁੰਚਾਉਣਾ ਸ਼ੁਰੂ ਕਰਤਾ। ਪਰ ਉਹਨਾਂ ਦੀ ਸੀ ਕਿ ਬਾਬਾ ਜੀ ਦੇ ਘਰ ਪ੍ਰਸ਼ਾਦਾ ਬਣਾਉਣਾ ਤੇ ਖੁੱਲ੍ਹੇ ਦਿਲ ਨਾਲ, ਖੁੱਲ੍ਹੇ ਦਿਲ ਨਾਲ ਦਾਲ ਪ੍ਰਸ਼ਾਦਾ ਵਧੀਆ, ਵੱਡੇ ਵੱਡੇ ਪ੍ਰਸ਼ਾਦੇ, ਜੋ ਵੀ ਮਿੱਠਾ ਬਣਾਉਣਾ ਨਾਲ। ਸਾਧ ਸੰਤੋਖ ਸਿੰਘ ਜੱਸਲ ਕਹਿੰਦੇ ਵੀ ਅਸੀਂ ਬਾਬਾ ਜੀ ਕੋਲ ਪ੍ਰਸ਼ਾਦਾ ਲਿਆਉਂਦੇ ਸੀ ਤੇ ਬਾਬਾ ਜੀ ਕਹਿੰਦੇ ਕੀ ਲੈ ਕੇ ਆਏ? ਕਹਿੰਦੇ ਜੀ ਪ੍ਰਸ਼ਾਦਾ ਹੈ ਤੇ ਨਾਲ ਦਾਲ ਹੈ। ਬਾਬਾ ਕਹਿੰਦੇ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਮਿੱਠੇ ਬਗੈਰ ਲੰਗਰ ਨਹੀਂ ਬਣਦਾ, ਨਾਲ ਕੋਈ ਮਿੱਠਾ ਵੀ ਬਣਾ ਕੇ ਲਿਆਇਆ ਕਰੋ। ਉਸ ਤੋਂ ਬਾਅਦ ਉਹਨਾਂ ਨੇ ਨੇਮ ਹੀ ਬਣਾ ਲਿਆ ਕਿ ਜਿੰਨੀ ਵਾਰੀ ਪ੍ਰਸ਼ਾਦਾ ਨਾਨਕਸਰ ਲਿਆਉਣਾ ਨਾਲ ਮਿੱਠਾ ਵੀ ਕੋਈ ਨਾ ਕੋਈ ਬਣਾ ਕੇ ਲਿਆਉਣਾ। ਸੇਵਾ ਭਾਵਨਾ ਹੈ। ਗੁਰੂ ਸਾਹਿਬ ਤੇ ਸੰਤਾਂ ਮਹਾਂਪੁਰਸ਼ਾਂ ਕੋਲ ਵਡਿਆਈਆਂ ਕਾਹਦੀਆਂ? ਝਾੜੂ ਮਾਰਨ ਦੀਆਂ, ਲੰਗਰ ਪਕਾਉਣ ਦੀਆਂ, ਆਟਾ ਪੀਸਣ ਦੀਆਂ, ਆਟਾ ਗੁੰਨਣ ਦੀਆਂ, ਛਿੜਕਾ ਕਰਨ ਦੀਆਂ, ਦਰੀਆਂ ਵਿਛਾਉਣ ਦੀਆਂ, ਜੋੜੇ ਝਾੜਨ ਦੀਆਂ। ਇਹ ਕੁਝ ਗੁਰੂ ਸਾਹਿਬ ਦੇ ਰਹੇ ਨੇ। ਇਹੀ ਖਜ਼ਾਨਾ ਮੋੜ ਕੇ ਪੁੱਛੋ ਵਾਲਿਆਂ ਨੇ ਲੀਰਾਂ ਇਕੱਠੀਆਂ ਕੀਤੀਆਂ ਹੁੰਦੀਆਂ ਸੀ, ਅਜੇ ਵੀ ਸਾਡੇ ਕੋਲ ਉਹ ਸੰਭਾਲੀਆਂ ਹੋਈਆਂ ਖਜ਼ਾਨੇ ਦੇ ਵਿੱਚ, ਉਵੇਂ ਹੀ ਪਈਆਂ। ਉਹ ਲੀਰਾਂ ਬਾਬਾ ਜੀ ਨੇ ਇਕੱਠੀਆਂ ਕੀਤੀਆਂ ਹੋਈਆਂ ਸੀ। ਉਹਨਾਂ ਪਾਟੀਆਂ ਲੀਰਾਂ 'ਚ ਵੀ ਪਤਾ ਨਹੀਂ ਕੱਢ ਕੇ ਮਠਿਆਈਆਂ ਦੇ ਦਿੰਦੇ ਸੀ, ਕਦੀ ਕੁਝ, ਕਦੀ ਮਾਇਆ ਕੱਢ ਕੇ। ਇਸ ਘਰ ਦੇ ਚਮਤਕਾਰ, ਇਸ ਘਰ ਦੇ ਟੁੱਟੇ ਘੜੇ, ਪਾਟੀਆਂ, ਲੀਰਾਂ, ਇਸ ਘਰ ਦੀ ਖਾਕ ਕਿੰਨੀ ਵੱਡੀ ਹੈ। ਕਹਿੰਦੇ ਉਹਨਾਂ ਨੇ ਪ੍ਰਸ਼ਾਦਾ ਉੱਥੇ ਪਹੁੰਚਾ ਦੇਣਾ ਕਰਨਾ। ਤੇ ਮੈਂ ਕਿਹਾ ਵੀ ਬਲਦੇਵ ਸਿੰਘ ਪ੍ਰਸ਼ਾਦਾ ਤੁਸੀਂ ਨਾਨਕਸਰ ਹੀ ਲੈ ਜਾ ਕਰੋ। ਕਹਿੰਦੇ ਜੀ ਉੱਥੇ ਨਹੀਂ ਲਿਜਾ ਸਕਦੇ, ਇੱਥੇ ਪਹੁੰਚਾ ਦਿਆਂਗੇ। ਬੰਦੇ ਦੇ ਪੁੰਨ ਬਣਦੇ ਆ। ਪਹਿਲੋਂ ਘਰੇ ਬਣਾਉਂਦੇ ਸੀ, ਅਸੀਂ ਘਰੋਂ ਲੈ ਆਉਣਾ, ਉਹਨਾਂ ਦੇ ਪੁੰਨ ਵੱਧ ਗਏ, ਉਹ ਸਟੇਸ਼ਨ ਤੱਕ ਛੱਡਣ ਆ ਗਏ। ਤੇ ਬਾਬਾ ਜੀ ਨੇ ਮਿਹਰ, ਉਹਨਾਂ ਨੇ ਕਿਹਾ ਵੀ ਜੇ ਬਾਬਾ ਜੀ ਗੱਡੀ ਦੇ ਦੇਣ ਤੇ ਅਸੀਂ ਨਾਨਕਸਰ ਪ੍ਰਸ਼ਾਦਾ ਲੈ ਜਾ ਕਰਾਂਗੇ। ਹਫ਼ਤਾ ਨਹੀਂ ਪਿਆ ਤੇ ਗੱਡੀ ਆ ਗਈ। 20,000 ਦੀ ਪਤਾ ਨਹੀਂ ਕਿੰਨੇ ਦੀ ਉਹਨਾਂ ਨੇ ਉਸ ਸਮੇਂ ਉਹ ਗੱਡੀ ਲਈ ਸੀ, ਮਾਸਟਰ ਕਾਰ। ਤੇ ਉੱਥੇ ਆਏ ਮੱਥਾ ਟੇਕਣ ਲਈ, ਗੱਡੀ ਪੁਰਾਣੀ ਗੱਡੀਆਂ ਦੇ ਵਿੱਚੋਂ ਜਿਹੜੇ ਵੇਚਦੇ ਆ। ਤੇ ਮੱਥਾ ਟੇਕਣ ਆ ਕੇ ਕਹਿੰਦੇ, ਮੈਂ ਕਿਹਾ ਹੁਣ ਲੰਗਰ? ਕਹਿੰਦੇ ਹਾਂ ਲੈ ਕੇ ਜਾਵਾਂ ਕਰਾਂਗੇ।
ਬਾਬਾ ਜੀ ਨੇ ਮੇਰੀ ਡਿਊਟੀ ਲਾ ਦਿੱਤੀ। 3 ਕੁ ਮੁੰਡੇ ਮੇਰੇ ਕੋਲ ਰਹਿੰਦੇ ਸੀ। ਕਹਿੰਦੇ ਇਹਨਾਂ ਨੂੰ ਲਾਇਆ ਕਰ ਬਲਦੇਵ ਸਿੰਘ ਦੇ ਨਾਲ, ਤੇ ਇੱਥੋਂ ਸਾਡੇ ਕੋਲ ਸਿੱਖ ਕੇ ਚਲੇ ਜਾਣ ਕਰਨਗੇ 2 ਘੰਟੇ। ਨਾਲ ਦਾਸ ਦੇ ਨਾਲ ਉਹ ਬੱਚੇ ਦੇ ਨਾਲ ਬਲਦੇਵ ਸਿੰਘ ਪ੍ਰਸ਼ਾਦਾ ਲੈ ਕੇ ਨਾਨਕਸਰ ਆ ਜਾਣਾ। ਬਾਬਾ ਜੀ ਨੇ ਫਿਰ ਢੇਰ ਹੀ ਲਾ ਦੇ। ਮੈਂ ਕਿਹਾ ਬਲਦੇਵ ਸਿੰਘ ਯਾਦ ਰੱਖੀ ਥੋੜ੍ਹਾ ਜਿਹਾ ਕਿ ਆਹ ਜਿਹੜੇ ਵੱਡੇ ਵੱਡੇ ਭਾਂਡੇ ਤੂੰ ਭਰੇ ਆ ਨਾ ਪ੍ਰਸ਼ਾਦੇ ਦੇ, ਇੱਕ ਟੋਕਰਾ ਪ੍ਰਸ਼ਾਦਿਆਂ ਦਾ, ਇੱਕ ਦਾਲ ਦਾ ਭਰਿਆ, ਇੱਕ ਖੀਰ ਦਾ ਭਰਿਆ ਹੋਇਆ, ਵੱਡੇ ਵੱਡੇ ਬਰਤਨ ਸੀ। ਇੱਥੇ ਬਿੰਗਮ ਉਹਨਾਂ ਦਾ ਪ੍ਰਸ਼ਾਦਾ ਖੁਸ਼ ਹੋ ਕੇ ਛਕਦੇ ਸੀ। ਜਿਸ ਦਿਨ ਉਹਨਾਂ ਦਾ ਮੰਗਲਵਾਰ ਪ੍ਰਸ਼ਾਦਾ ਆਉਂਦਾ ਸੀ, ਸਾਰੇ ਬਿਹੰਗਮ ਉਹ ਪ੍ਰਸ਼ਾਦਾ ਲੈ ਕੇ ਖੁਸ਼ ਹੋ ਕੇ ਛਕਦੇ ਸੀ। ਦਾਲ ਸਬਜ਼ੀ ਪ੍ਰਸ਼ਾਦਾ ਬੜੇ ਉਹਨਾਂ ਦੇ ਮਾਤਾ ਜੀ ਸਾਰੀਆਂ ਬੀਬੀਆਂ ਪ੍ਰੇਮ ਨਾਲ ਬਣਾਉਂਦੀਆਂ ਸੀ। ਕੋਠੇ ਦੇ ਉੱਤੇ ਉਹਨਾਂ ਨੇ ਸ਼ੈੱਡ ਪਾ ਕੇ ਪੂਰਾ ਲੰਗਰ ਬਣਾਇਆ ਹੋਇਆ ਸੀ ਤਿਆਰ ਕਰਨ ਵਾਸਤੇ, ਜਿਵੇਂ ਗੁਰੂ ਘਰ ਵਿੱਚ ਵੱਡੇ ਵੱਡੇ ਚੁੱਲ੍ਹੇ ਹੁੰਦੇ ਆ। ਬਿਹੰਗਮਾਂ ਨੇ ਖੁਸ਼ ਹੋ ਕੇ ਪ੍ਰਸ਼ਾਦਾ ਛਕਣਾ, ਤੇ ਖੁਸ਼ੀਆਂ ਨਾਲ ਤੁਹਾਨੂੰ ਪਤਾ ਕੀ ਮਿਲਦਾ ਹੈ। ਫਿਰ ਬਾਬਾ ਜੀ ਕਹਿਣ ਲੱਗੇ ਵੀ ਬਲਦੇਵ ਸਿੰਘ ਵੀ ਬਿਹੰਗਮਾਂ ਵਾਸਤੇ ਨਾ ਜਰਸੀਆਂ ਵਗੈਰਾ ਲੈ ਕੇ ਆਉਣੀਆਂ, ਵੀ ਜਿਹੜਾ ਕੋਈ ਸੰਗੀ ਪਹਿਲੋਂ ਲੈ ਕੇ ਆ ਰਿਹਾ ਨਾ ਉਹ ਬਹੁਤ ਮਾੜੀਆਂ, ਤੇ ਸਾਰੇ ਬਿਹੰਗਮ ਸੇਵਾਦਾਰ ਵੇਖਦੇ ਆ। ਉਹਦੇ ਵਿੱਚ ਤੇ ਬੋਰੀ 'ਚ ਫਰਕ ਨਹੀਂ ਹੁੰਦਾ ਸੀ, ਉਹ ਖੁੱਲ੍ਹ ਜਾਂਦੀਆਂ ਸੀ ਪੂਰੀਆਂ ਇੱਕ ਵਾਰੀ ਪਾਉਣ ਤੇ। ਜਰਾਬਾਂ ਜਰੂਬਾਂ ਵੀ ਸਾਰੀਆਂ ਉਹ ਹੌਜਰੀਆਂ ਦੇ ਭੇਤੀ ਸੀ, ਤੇ ਉਹ ਮਾੜਾ ਮਾਲ ਹੀ ਚੱਕਦੇ ਸੀ। ਇਹਨਾਂ ਨੂੰ ਮੈਂ ਕਿਹਾ ਵੀ ਬਾਬਾ ਜੀ ਨੇ ਤੁਹਾਨੂੰ ਸੇਵਾ ਲਾਈ ਨਾ, ਹੁਣ ਇਹਨਾਂ ਦੀ ਭਾਵਨਾ ਵੀ ਸੀ। ਇਹਨਾਂ ਚੰਗਾ ਮਾਲ ਵੇਖ ਕੇ, ਜਿਹੜਾ ਵਧੀਆ ਮਾਲ, ਉਹ ਨਾਨਕਸਰ ਲੈ ਕੇ ਜਾਣਾ। ਸਾਰੇ ਸੇਵਾਦਾਰਾਂ ਬਿਹੰਗਮਾਂ ਨੇ ਪਾ ਕੇ ਖੁਸ਼ ਹੋਣਾ। ਭਾਈ ਨਾਮ ਜਪਣ ਵਾਲੇ, ਗੁਰੂ ਘਰ ਰਹਿਣ ਵਾਲੇ, ਅੱਜ ਅਸੀਂ ਵੇਖਦੇ ਹਾਂ ਭਾਵੇਂ ਨਹੀਂ ਪਾਠ ਕਰਦੇ, ਨਹੀਂ ਕੀਰਤਨ ਕਰਦੇ, ਇਹ ਪਤਾ ਨਹੀਂ ਬਾਬਾ ਜੀ ਕਹਿੰਦੇ ਸੀ ਭਾਈ ਤੁਹਾਨੂੰ ਕੋਈ ਪਤਾ ਨਹੀਂ ਤੁਸੀਂ ਕਿੰਨੇ ਕੁ ਪੁੱਠੇ ਲਟਕ ਕੇ ਭਗਤੀ ਕੀਤੀ ਏ, ਕਿੰਨੇ ਮਨ ਮਾਰ ਮਾਰ ਕੇ ਸੇਵਾ ਕੀਤੀ ਏ, ਜਿਹੜੀ ਤੁਹਾਨੂੰ ਨਾਨਕਸਰ ਲੈ ਕੇ ਆਈ। ਆਖੋ ਇਹ ਜਿਹੜੀ ਤੁਹਾਡੀ ਪਿਛਲੀ ਭਗਤੀ ਤੁਹਾਨੂੰ ਇੱਥੇ ਲੈ ਕੇ ਆਈ ਏ, ਤੁਹਾਡੇ ਪੁੰਨ ਲੈ ਕੇ ਆਏ ਆ, ਇਹਨਾਂ ਨੂੰ ਵਧਾ ਲਵੋ, ਹੋਰ ਵਧਾ ਲਵੋ। ਜਿੰਨੇ ਵਧਾ ਲਓਗੇ ਅੱਗੇ ਵੀ ਫਿਰ ਇਵੇਂ ਰੌਣਕਾਂ ਲੱਗਣਗੀਆਂ, ਇਵੇਂ ਸੁੱਖ ਮਿਲਣਗੇ। ਪਿਛਲੇ ਖਾ ਲਵੋ, ਅੱਗੇ ਹੋਰ ਜਿਵੇਂ ਵਧਾਏ ਜਾਂਦੇ ਆ ਵਧਾ ਲਵੋ, ਤੇ ਇਹ ਪੁੰਨ ਬਣ ਜਾਂਦੇ ਸਾਧ ਸੰਗਤ 'ਚ। ਉਹਨਾਂ ਦੇ ਦੇਖ ਲਓ ਪਹਿਲੋਂ ਪੁੰਨ ਨਹੀਂ ਸੀ, ਘਰੇ ਹੀ ਪ੍ਰਸ਼ਾਦਾ ਬਣਾਉਂਦੇ ਸੀ, ਫਿਰ ਸਟੇਸ਼ਨ 'ਤੇ ਲਿਜਾਣ ਲੱਗ ਪਏ, ਫਿਰ ਨਾਨਕਸਰ ਲਿਆਉਣ ਲੱਗ ਪਏ। ਬਾਬਾ ਜੀ ਵੱਡੀਆਂ ਵੱਡੀਆਂ ਗੱਡੀਆਂ, ਤੇ ਉਹ ਬਾਬਾ ਜੀ ਨੂੰ ਗੱਡੀਆਂ ਭੇਟ ਕਰਨ ਵਾਲੇ ਬਣ ਗਏ। ਉਹ ਜਿਹੜੇ ਬਾਬਾ ਜੀ ਤੋਂ ਟੁੱਟੀ ਜੀ ਗੱਡੀ ਮੰਗਦੇ ਸੀ, ਇੰਨੀ ਸਮਰੱਥਾ ਦੇ ਦਿੱਤੀ ਉਹ ਸਰਦਾਰੋ, ਤੁਸੀਂ ਟੁੱਟੀ ਗੱਡੀ ਮੰਗਦੇ ਸੀ, ਤੁਹਾਡੇ ਤੋਂ ਤਾਂ ਗੁਰੂ ਨਾਨਕ ਸਾਹਿਬ ਵੱਡੀਆਂ ਵੱਡੀਆਂ ਗੱਡੀਆਂ ਦੀਆਂ ਸੇਵਾ ਲੈਣਗੇ। ਉਹ ਵੱਡੀਆਂ ਵੱਡੀਆਂ ਗੱਡੀਆਂ ਬਾਬਾ ਜੀ ਦੇ ਚਰਨਾਂ 'ਚ ਹਾਜ਼ਰ ਕਰਨ ਲੱਗੇ ਕਿ ਬਾਬਾ ਜੀ ਤੁਹਾਡੇ ਵਾਸਤੇ। ਇੰਨਾ ਕੋਈ ਬਾਬਾ ਜੀ ਨੇ ਦਿੱਤਾ, ਇੰਨੇ ਭੰਡਾਰ ਭਰਤੇ। ਮੈਂ ਕਿਹਾ ਸੀ ਜਿਹੜਾ ਤੁਸੀਂ ਪ੍ਰਸ਼ਾਦਾ, ਦਾਲਾਂ, ਖੀਰਾਂ, ਟੋਕਰੇ ਭਰ ਕੇ ਲਿਆਉਂਦੇ ਜੇ, ਇਹ ਤੁਸੀਂ ਭਾਈ ਇੱਥੋਂ ਭਰ ਕੇ ਲੈ ਕੇ ਜਾਣੇ ਆ। ਇੱਥੇ ਤੁਸੀਂ ਆਪਾਂ ਕਹਿੰਦੇ ਨਾ ਵੀ ਟੋਕਰੇ ਖਾਲੀ ਕਰਤੇ, ਇਹ ਬਾਬਾ ਜੀ ਨੇ ਤੁਹਾਨੂੰ ਖਾਲੀ ਨਹੀਂ ਮੋੜਨੇ। ਆਖੋ ਸੀ ਰੋਟੀਆਂ ਦੀ ਥਾਂ ਤੇ ਕੀਮਤੀ ਪਦਾਰਥ ਦੇ ਦੇਣੇ ਆ ਇਹਨਾਂ ਦੀ, ਇਹ ਤੁਹਾਨੂੰ ਪਦਾਰਥ ਭਰ ਕੇ ਬਾਬਾ ਜੀ ਮੋੜਨਗੇ। ਇੱਥੋਂ ਮਿਲਦਾ ਹੈ, ਇੱਥੋਂ ਝੋਲੀਆਂ ਭਰਦੀਆਂ ਹੈ। ਜਿਹੜੇ ਟੋਕਰੇ ਚੱਕ ਕੇ, ਝੋਲੇ ਭਰ ਕੇ, ਬੋਰੀਆਂ ਲੈ ਕੇ ਆਉਂਦੇ ਆ ਭਾਈ, ਉਹਨਾਂ ਨੂੰ ਭੁਲੇਖਾ ਉਹ ਲੈ ਕੇ ਜਾਂਦੇ ਆ, ਲੈ ਕੇ। ਪਰਮ ਲੈ ਕੇ ਨਹੀਂ ਆਉਂਦੇ ਅਸੀਂ, ਇੱਥੋਂ ਸਾਰੇ ਲੈ ਕੇ ਜਾਂਦੇ। ਜਿੰਨਾ ਵੱਡਾ ਦਿਲ ਕਰ ਲਓ, ਮੈਂ ਤਾਂ ਦੇਖਿਆ ਹੈ, ਜਿੰਨਾ ਰੋੜੋ ਓਨਾ ਹੀ ਆਉਂਦਾ ਹੈ, ਜਿੰਨਾ ਵੰਡੋ ਓਨਾ ਹੀ ਮਿਲਦਾ ਹੈ। ਜਿੱਡੇ ਵੱਡੇ ਮਨ ਨਾਲ ਸੇਵਾ ਕਰੋ, ਓਨੀਆਂ ਹੀ ਵੱਡੀਆਂ ਗੁਰੂ ਸਾਹਿਬ ਬਖਸ਼ੀਸ਼ਾਂ ਦਿੰਦੇ ਆ। ਬਾਬਾ ਜੀ ਕਹਿੰਦੇ ਸੀ ਇਹ ਹੁੰਦਾ ਹੈ ਦਾਨ ਦੇਣਾ ਜਾ ਕੇ, ਦੇਣਾ ਛੁਪਾ ਕੇ, ਤੇ ਜੇ ਜੋ ਕੁਝ ਦੇਣਾ ਹੈ ਨਾ
ਰਜਾ ਕੇ ਦੇਣਾ, ਖੁਸ਼ ਕਰ ਦੇਣਾ, ਖੁਸ਼ੀ ਲੈ ਲੈਣੀ। ਜੋ ਵੀ ਭੇਟ ਕਰਨਾ ਹੈ ਨਾ, ਫਿਰ ਇੰਨੀ ਢੇਰੀ ਲਾ ਦੇਣੀ ਹੈ ਕਿ ਬਾਬਾ ਜੀ ਦੇ ਚਰਨਾਂ 'ਚੋਂ ਖੁਸ਼ੀਆਂ ਦੇ ਭੰਡਾਰ ਲੈ ਲੈਣੇ। ਖੁਸ਼ੀਆਂ, ਬਾਬਾ ਜੀ ਦੀਆਂ ਖੁਸ਼ੀਆਂ, ਬਾਬਾ ਜੀ ਦੀ ਨਜ਼ਰ। ਸਾਡੇ ਮਹਾਂਪੁਰਖਾਂ ਦੀ ਮੌਜ ਹੁੰਦੀ ਹੈ। ਪੁੱਛੋ ਵਾਲਿਆਂ ਦੀ ਇੰਨੀ ਮਹਿਮਾ ਸੀ, ਇੰਨਾ ਉਹਨਾਂ ਦਾ ਵੱਡਾ ਜਸ ਸੀ। ਚਲੋ ਕੋਈ ਮਹਾਂਪੁਰਸ਼ ਤੁਹਾਡੀ ਸੇਵਾ 'ਤੇ ਖੁਸ਼ ਹੁੰਦਾ ਹੈ, ਕੋਈ ਤਪ 'ਤੇ ਖੁਸ਼ ਹੁੰਦਾ ਹੈ। ਉਹਨਾਂ ਦੇ ਭੰਡਾਰ ਹੀ ਇੰਨੇ ਭਰੇ ਸੀ, ਉਹ ਜਿਹੜਾ ਉਹਨਾਂ ਦੀ ਨਜ਼ਰ 'ਚ ਆ ਜਾਂਦਾ ਸੀ ਉਹਦੇ 'ਤੇ ਖੁਸ਼ ਹੀ ਹੋ ਜਾਂਦੇ ਸੀ। ਖੁਸ਼ੀ, ਕੋੜੀ ਆ ਗਿਆ, ਚੋਰ ਆ ਗਏ, ਠੱਗ ਆ ਗਏ, ਕੋਈ ਵੀ ਆ ਗਿਆ ਉਹਨਾਂ ਦੀ ਨਜ਼ਰ 'ਚ, ਸ਼ਰਾਬੀ ਆ ਗਿਆ, ਮਹਾਂਪੁਰਖ ਬਾਬਾ ਮਾਂ ਹਰਨਾਮ ਸਿੰਘ ਜਿਹੜਾ ਉਹਨਾਂ ਦੀ ਨਿਗਾਹ 'ਚ ਆ ਜਾਂਦਾ ਸੀ ਨਾ, ਉਹਦੇ 'ਤੇ ਪ੍ਰਸੰਨ ਹੋ ਕੇ ਕਹਿੰਦੇ ਸੀ ਲਿਆ ਬਈ। ਫਿਰ ਹੁਣ ਕਹਿੰਦੇ ਰਜਿਸਟਰ ਕੱਢ ਕੇ ਲਿਆ, ਮੁਨਸ਼ੀ ਨੂੰ ਕਹਿੰਦੇ ਬਈ ਤੇਰਾ ਨਾਂ ਕੀ ਹੈ, ਤੇਰੇ ਪਿਓ ਦਾ, ਤੇਰੀ ਮਾਂ ਦਾ, ਤੇਰੇ ਭੈਣ ਭਰਾਵਾਂ ਦਾ, ਰਿਸ਼ਤੇਦਾਰਾਂ ਦਾ, ਤੇਰੇ ਪਿੰਡ ਵਾਲਿਆਂ ਦਾ, ਸਾਰਿਆਂ ਦੇ ਨਾਂ ਲਿਖ ਕੇ ਕਹਿੰਦੇ ਉਹ ਧਰਮਰਾਜ ਪਾੜ ਦੇ ਲੇਖਾ। ਆਖੋ ਸੀ ਐਡੇ ਦਿਆਲ। ਇੱਕ ਨੇ ਉਹਨਾਂ ਦੇ ਛਿਣ ਮਾਤਰ ਦਰਸ਼ਨ ਕੀਤੇ ਤੇ ਬਾਬਾ ਮਾਹਨਾਮ ਸਿੰਘ ਜੀ ਐਡੇ ਦਿਆਲ ਹੋ ਗਏ, ਹੁਣ ਤੂੰ ਜਿਹਨੂੰ ਵੀ ਜਹਾਜ਼ 'ਚ ਚੜਾ ਕੇ ਲਿਜਾਣਾ ਤੇ ਲੈ ਜਾ, ਜਿਹਨੂੰ ਵੀ ਲੈ ਕੇ ਜਾਣਾ ਹੀ। ਤੈਨੂੰ ਅਸੀਂ ਤਰਨ ਵਾਸਤੇ ਬੇੜੀ ਨਹੀਂ ਦਿੰਦੇ, ਤੈਨੂੰ ਇਕੱਲੇ ਨੂੰ ਜਹਾਜ਼ 'ਚ ਨਹੀਂ ਬਿਠਾਉਂਦੇ, ਤੈਨੂੰ ਜਹਾਜ਼ ਹੀ ਦੇ ਦਿੰਦੇ ਆ ਤੇ ਜਹਾਜ਼ 'ਚ ਪਾ ਕੇ ਲੈ ਜਾ ਸੱਚਖੰਡ ਨੂੰ। ਐਡੀ ਨਜ਼ਰ। ਰਜਿਸਟਰ ਖੋਲ ਕੇ ਜਹਾਜ਼ ਹੀ ਬਣਾ ਕੇ ਦੇ ਦਿੰਦੇ ਸੀ, ਲਿਖਦੇ ਨਾਂ ਸਾਰਿਆਂ ਦੇ। ਜਦੋਂ ਨੇ ਲਿਖਦੇ ਨਾ, ਕਹਿੰਦੇ ਜਿਹੜੇ ਮਰ ਗਏ ਆ ਉਹਨਾਂ ਦਾ ਵੀ ਲਿਖਦੇ ਤੁਹਾਡੇ ਵੱਡੇ, ਜਿਹੜੇ ਮੋਏ ਪਏ ਆ ਉਹਨਾਂ ਨੂੰ ਵੀ ਕੱਢ ਕੇ ਲੈ ਆਵਾਂਗੇ ਜਿੱਥੇ ਹੈਗੇ ਆ। ਲਿਆ ਫਿਰ ਗੁਰੂ ਨਾਨਕ ਦੇ ਜਹਾਜ਼ ਤੇ ਬਣਾ ਕੇ। ਧੰਨ ਬਾਬਾ ਮਾਂ ਹਰਨਾਮ ਸਿੰਘ ਜੀ, ਮਹਾਂਪੁਰਖ ਦੇਖੇ ਐ ਇਸ ਧਰਤੀ ਤੇ ਐਸੇ। ਬਾਬਾ ਆਨੰਦ ਸਿੰਘ ਜੀ ਵਰਗੇ ਤਿਆਗੀ, ਵਿਰਾਗੀ, ਜਪੀ ਤਪੀ, ਕਹਿੰਦੇ ਸੀ ਇਸ ਕਲਯੁਗ ਵਿੱਚ ਨਹੀਂ ਕੋਈ ਹੋ ਸਕਦਾ। ਐਡੇ ਪ੍ਰਤਾਪੀ ਮਹਾਂਪੁਰਖ ਬਾਬਾ ਮਾਂ ਹਰਨਾਮ ਸਿੰਘ ਜੀ ਵਰਗੇ ਨਹੀਂ ਹੋ ਸਕਦੇ। ਇੰਨੇ ਬਾਬਾ ਈਸ਼ਰ ਸਿੰਘ ਜੀ ਵਰਗੇ ਕਮਾਈਆਂ ਕਰਨ ਵਾਲੇ, ਬਾਬਾ ਕੁੰਦਨ ਸਿੰਘ ਜੀ ਮਾਂ ਵਰਗੇ, ਹੋਰ ਮਹਾਂਪੁਰਸ਼ਾਂ ਵਰਗੇ ਨਹੀਂ ਸੰਸਾਰ ਤੇ ਭਾਈ ਹੋ ਸਕਦੇ। ਜਿਹੜੇ ਗੁਰੂ ਨਾਨਕ ਦੇ ਦਰ ਤੇ ਉਹ ਹੋ ਸਕਦਾ ਹੈ। ਜਿੱਥੇ ਕੁਝ ਵੀ ਨਹੀਂ ਹੋ ਸਕਦਾ, ਉੱਥੇ ਗੁਰੂ ਨਾਨਕ ਦੇ ਦਰ ਤੇ ਉਹ ਹੋ ਸਕਦਾ। ਇਸ ਦਰ ਤੋਂ ਝੋਲੀਆਂ ਭਰ ਕੇ ਸ਼ੁਰੂ ਕੀਤਾ ਸੀ ਮੇਰੇ ਰਾਮ, ਹਰ ਸੰਤਾਂ ਜੇ ਵੜਨਾ ਕੋਈ ਪੜ੍ਹ ਕੇ ਸਮਾਪਤੀ ਕਰਾਂਗੇ। ਤੇ ਜਿਹੜੇ ਪਾਠੀ ਸਿੰਘ ਇੱਥੇ ਰੌਲਾ ਲਾਉਂਦੇ ਆ, ਜਿਹੜੇ ਰਾਗੀ ਸਿੰਘ ਇੱਥੇ ਹਾਜ਼ਰੀਆਂ ਭਰਦੇ ਆ, ਭਾਈ ਇਸ ਸਟੇਜ ਦਾ ਤੁਹਾਨੂੰ ਪਤਾ ਨਹੀਂ। ਇਹ ਰੱਬ ਦੀ ਨਿਰੰਕਾਰ ਦੀ ਸਟੇਜ। ਤੁਸੀਂ ਜੇ ਇੱਥੇ ਇੱਕ ਵਾਰੀ ਗਾ ਲਿਆ ਨਾ, ਬਾਬਾ ਜੀ ਨੇ ਉਹ ਸੁਣ ਲਿਆ ਤੇ ਸਮਝੋ ਬੇੜੇ ਪਾਰ ਕਰਤੇ। ਆਖੋ ਮਾਲਕ ਨੇ ਸੁਣ ਲਿਆ, ਤੁਸੀਂ ਗਾਇਆ ਤੇ ਸਮਝੋ ਹੁਣ ਸਾਰੀ ਭਗਤੀ ਹੋ ਗਈ। ਇੰਨੇ 'ਚ ਭਗਤੀ ਹੋ ਗਈ ਜੀਵਨ ਦੀ। ਕੋਈ ਰੱਬ ਨੂੰ ਖੁਸ਼ ਕਰਨ ਵਾਸਤੇ ਚੀਕਾ ਮਾਰਦਾ ਹੈ, ਕੂਕ ਮਾਰਦੇ ਆ, ਪੁਕਾਰਦੇ ਆ ਮੁੱਲਾ ਮਨਾਰੇ। ਕਈ ਰੱਬ ਨੂੰ ਖੁਸ਼ ਕਰਨ ਵਾਸਤੇ ਘੰਟੀ ਖੜਕਾਈ ਜਾਂਦੇ ਆ ਕਿ ਭਗਵਾਨ ਘੰਟੀ ਵਜਾਉਣ ਨਾਲ ਖੁਸ਼ ਹੁੰਦੇ ਆ। ਕੋਈ ਘੰਟੀ ਵਜਾਉਂਦਾ ਹੈ, ਇੱਕ ਥਾਂ ਤੇ ਵੇਖਿਆ ਉਹ ਤਾਰ ਹੀ ਵਜਾਈ ਜਾਂਦੇ ਆ। ਨਾਮਦੇਵ ਮਹਾਰਾਜ ਦੇ ਆ, ਉਹ ਕਹਿੰਦੇ ਤਾਰ ਵਜਾਉਣ ਨਾਲ ਹੀ ਰੱਬ ਖੁਸ਼ ਹੁੰਦਾ ਹੈ। ਤੂੰਬੇ ਦੀ ਤਾਰ ਤੇ 2-2 4-4 ਘੰਟੇ ਲਾਉਂਦੇ ਆ, ਉਹ ਬੰਦ ਨਹੀਂ ਕੀਤੀ ਉਹਨਾਂ ਨੇ। ਕੋਈ ਤਾਰ ਵਜਾਉਣ ਤੇ ਕਹਿੰਦਾ ਰੱਬ ਖੁਸ਼ ਹੁੰਦਾ ਹੈ, ਕੋਈ ਚੀਕ ਮਾਰਨ ਤੇ ਕਹਿੰਦਾ ਰੱਬ ਖੁਸ਼ ਹੁੰਦਾ ਹੈ, ਕੋਈ ਘੰਟੀ ਵਜਾਉਣ ਤੇ ਕਹਿੰਦਾ ਰੱਬ ਖੁਸ਼ ਹੁੰਦਾ ਹੈ, ਕੋਈ ਨੱਚਣ ਤੇ ਨਿਰਤ ਕਰਦੇ ਆ ਕਹਿੰਦੇ ਭਗਵਾਨ ਖੁਸ਼ ਹੁੰਦੇ ਆ, ਕੋਈ ਰਾਗ ਨਾਦ ਗਾਉਂਦੇ ਆ ਕਹਿੰਦੇ ਰੱਬ ਖੁਸ਼ ਹੁੰਦਾ ਹੈ, ਕੋਈ ਸੁਣਮਣ ਹੋ ਜਾਂਦੇ ਆ ਕਹਿੰਦੇ ਸੁਣਮਣ ਹੋਇਆ ਰੱਬ ਖੁਸ਼ ਹੁੰਦਾ ਹੈ। ਸਾਰੇ ਹੀ ਰੰਗਾਂ ਵਿੱਚ ਲੱਗੇ ਆ,
ਭਾਈ ਸਾਰੇ ਹੀ ਰੰਗ ਚੰਗੇ ਆ, ਸਾਰੇ ਜਿਹਨੂੰ ਰੰਗ ਚੜਿਆ ਉਹ ਚੰਗਾ ਹੀ ਹੈ, ਜਿਹਨੂੰ ਨਹੀਂ ਚੜਿਆ ਉਹ ਭਾਈ ਆਪਣਾ ਰੰਗ ਕੋਈ ਨਾ ਕੋਈ ਚਾੜ ਲਵੇ। ਘੰਟੀ ਵਜਾਉਣ ਵਾਲੇ ਖਾਲੀ ਨਹੀਂ, ਜਿਹੜਾ ਕੋਈ ਪਿਆਸ ਚੀਕ ਮਾਰਦਾ ਕੂਕ ਮਾਰਦਾ ਉਹ ਕੋਈ ਖਾਲੀ ਨਹੀਂ। ਜਿਹੜੇ ਰੰਗ ਵਿੱਚ ਕੋਈ ਰੰਗਿਆ ਹੋਇਆ ਉਹਨੂੰ ਦੇਵਤਿਆਂ ਦਰਸ਼ਨ ਕੇ ਤਾਈ ਦੁਖ ਭੂਖ ਤੀਰਥ ਕੀਏ, जोगी जति जुगत में रहते कर कर भगवें भेस पए, तो कारण सहबा रंग रते। तेरे कारण विच सारे रंग विच रते हुए बाबा जी दे गुरु नानक साहब निरंकार दे गुण गाउंदे आ। आओ हुण पढ़ के फिर सारियां संगतां नूं बहुत बहुत बाबा जी दे जन्म दिन दीयां वधाइयां होण। ते हुण ये 2 दिन आपां ढिल्ले नहीं पैना, कोई ना कोई सेवा करी जाओ। इत्थों दीयां सेवा सारियां ही महान है। लंगर पानी लिया सकते पाठियां वास्ते वो लै आओ, बस्तर लै आओ, हत्थी सेवा कर सकते जे हत्थी करी जाओ, झाड़ू लाई जाओ, छिड़का करी जाओ, गुरबाणी सुनी जाओ, इत्थे बह के माला फेर लो, कुछ भी कर लो। बाबा जी दे घरों अज बाबा जी ने 150 साल की कमाई का खजाना खोलिया है। आखो जड़ी बाबे नानक सिंह दी अज तक 150 साल की कमाई ना हुण तक आ सारी कमाई उन्हां दी है। जिहड़े थां थां ठाड़ ते स्थान ते कई कुछ बनी जाता है, नाम तो ही उस कमाई तो ही पैदा होया है। अज बाबा जी ने 150 साल की कीती कमाई का दर खोलिया है। ते आपां तां फिर लोटी लईए, जिन्ना लुटिया जाता चक लईए, जिन्ना चक सकते, जिन्ने गड्ढे भर सकते हैं उन्ने ही गड्ढे भर भर के लै जाइए। ते फिर ये लख लख वधाइयां। ते ये फिर सुनहरी मौका, गोल्डन चांस, ये सुनहरी मौका है सेवा करन दा। सेवा कर लो, झोलियां भर लो। बाबा जी दे धन बाबा नानक सिंह जी ने जिस वखर को लैन तू आया, राम नाम संतन कर पाया, तज बुमान लिहो मन मोल, राम नाम हृदय में तोड़। हुण ये लुट पै गई है, तो जिन्नी लुट आप लुट सकते हैं वो लुट लीए इत्थों दी। हाँ जी, भर दे झोलियां खाली नहीं मोड़ दे, धन बाबा नंद सिंह जी। भर दे झोलियां खाली नहीं मोड़ दे, धन बाबा नंद सिंह जी। झोलियां खाली नहीं मोड़ दे, धन प्यारे नंद सिंह जी। भर दे झोलियां खाली नहीं मोड़ दे, धन बाबा नंद सिंह जी। भर दे झोलियां खाली नहीं मोड़ दे, धन बाबा नंद सिंह जी। भर दे झोलियां खाली नहीं मोड़ दे, धन बाबा नंद सिंह जी। भर दे झोलियां खाली नहीं मोड़ दे, धन बाबा नंद सिंह जी। भर दे झोलियां खाली नहीं मोड़ दे, धन बाबा नंद सिंह जी। समाप्ति उसी कीर्तन शुरू होना की थी। अच्छा उत्थे वाहिगुरु जी का खालसा, वाहिगुरु जी की फतेह। धन गुरु नानक। धन सत